जामै अमृत ज्ञान है, मानक भगत बैराग। धन श्री गुरु ग्रंथ साहिब उदद, बंदों कर अनुराग। एक ओंकार सतगुरु, जह प्रसाद सच होए। वाहेगुरु जी की फतेह, बिघ्न विनाशन सोए। वाहेगुरु जी की फतेह, बिघ्न विनाशन सोए। जाने संत राम को प्यारे, जह निज हृदय मह गयो सोई। जाने संत राम को प्यारे, जह निज हृदय समाई तारे। विपर कहे जैते नर है, सब प्रीत कर धन को चहै। वाहिगुरु जी का खालसा, वाहिगुरु जी की फतेह। वाहिगुरु जी की फतेह। वाहिगुरु जी का खालसा, वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु, जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छू प्राप्त इतिहासक स्थान गुरुद्वारा बंगला साहब जी की यात्रा करदिया जुगो जुग अटल छतर चवर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो। रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जहर पीर जगत गुरु कल तारन आए श्री गुरु नानक देव महाराज जी का है। प्रसंग है सत दीपां दे भरमण तो बाद सतगुरु आके जोगियां नूं मिले ने और इसे यात्रा दे विच गोरख मते नूं नानक मते दे रूप विच तब्दील किया है। उस तो उपरंत
ਸਤਿਗੁਰੂ ਲਾਹੌਰ ਆਏ ਨੇ, ਇੱਥੇ ਇਹ ਬਚਨ ਉਚਾਰੇ ਸਨ ਕਿ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਇੱਥੋਂ ਅੱਗੇ ਚੱਲੇ ਤਾਂ ਸਤਿਗੁਰਾਂ ਨੇ ਕੀ ਵੇਖਿਆ? ਇੱਕ ਪੰਡਤ ਜੋ ਬੜਾ ਵੱਡਾ ਕਰਮਕਾਂਡੀ ਹੈ, ਉਹ ਗੋਬਰ ਦਾ ਲੇਪਨ ਕਰਕੇ, ਕਾਰਾਂ ਕੱਢ ਕੇ ਜ਼ਮੀਨ ਦੇ ਉੱਪਰ ਉਸਨੇ ਗੋਬਰ ਦਾ ਪੋਚਾ ਫੇਰਿਆ। ਫਿਰ ਉਸਨੇ ਉਹਦੇ ਆਲੇ ਦੁਆਲੇ ਚੱਕਰ ਬਣਾਏ ਨੇ, ਜਿਵੇਂ ਆਪਾਂ ਬਾਉਂਡਰੀ ਵਾਲ ਬਣਾਉਂਦੇ ਆ। ਹੈ ਤੇ ਹਿੰਦੁਸਤਾਨ ਵਿੱਚ ਵੀ ਹੈ ਕਿ ਜਿੱਥੇ ਸੜਕ ਦੇ ਵਿੱਚ ਡਿਵਾਈਡਰ ਨਹੀਂ ਹੁੰਦੇ, ਉੱਥੇ ਸੜਕ ਦੇ ਵਿਚਕਾਰ ਇੱਕ ਪੀਲੀ ਪੱਟੀ ਹੁੰਦੀ ਹੈ। ਅਗਰ ਇੱਕ ਪੱਟੀ ਹੋਵੇ, ਅਰਥ ਉਹਦਾ ਵੀ ਇਹ ਹੀ ਹੈ ਕਿ ਤੁਸੀਂ ਉਸ ਰੋਡ ਨੂੰ, ਪੱਟੀ ਨੂੰ ਕ੍ਰਾਸ ਨਹੀਂ ਕਰ ਸਕਦੇ। ਦਿੱਲੀ 'ਚ ਬੜੇ ਸਾਰੇ ਮੇਰੇ ਵਰਗੇ ਜਿਨ੍ਹਾਂ ਨੇ ਕਈ ਵਾਰੀ ਚਲਾਨ ਕਟਾਇਆ, ਪਰ ਜੇ ਉਹ ਦੋ ਪੱਟੀਆਂ ਹੋਣ, ਦੋ ਲਾਈਨਾਂ ਹੋਣ, ਤੇ ਵਿਦੇਸ਼ਾਂ ਦੇ ਵਿੱਚ ਬਹੁਤ ਵੱਡਾ ਜੁਰਮ ਹੈ। ਉਹ ਤਾਂ ਇਵੇਂ ਜਿਵੇਂ ਤੁਸੀਂ ਕੋਈ ਕੰਧ ਢਾਹ ਕੇ ਗੱਡੀ ਸੜਕ ਦੇ ਦੂਜੇ ਪਾਸੇ ਲੈ ਗਏ। ਇਹ ਜਿਹੜਾ ਕਰਮਕਾਂਡੀ ਦੁਨੀਆ ਹੈ, ਕਰਮਕਾਂਡੀ ਦੁਨੀਆ ਦੇ ਵਿੱਚ ਇਹ ਜਿਹੜੀਆਂ ਕਾਰਾਂ ਕੱਢਣੀਆਂ ਨੇ, ਇਹ ਇਕੱਲੀਆਂ ਲੀਕਾਂ ਮਾਰਨੀਆਂ ਨਹੀਂ ਹੈ। ਇਹਦੇ ਪਿੱਛੇ ਇੱਕ ਵਿਸ਼ਵਾਸ ਹੈ ਕਿ ਜਦੋਂ ਤੁਸੀਂ ਚੌਂਕਾ ਸੁੱਚਾ ਕਰ ਲੈਂਦੇ ਹੋ ਔਰ ਇੱਕ ਥਾਂ ਨਿਯਮਤ ਕਰਕੇ ਮੰਨ ਕੇ ਕਿ ਇੱਥੇ ਬੈਠ ਕੇ ਤੁਸੀਂ ਪਾਠ ਪੂਜਾ ਕਰਨੀ ਹੈ, ਔਰ ਉਹਦੇ ਆਲੇ ਦੁਆਲੇ ਫਿਰ ਤੁਸੀਂ ਚੱਕਰ ਬਣਾਉਂਦੇ ਹੋ, ਤੇ ਇਹਦਾ ਅਰਥ ਹੁੰਦਾ ਹੈ ਕਿ ਇਹ ਇੱਕ ਤਰ੍ਹਾਂ ਦਾ ਕਵਚ ਹੈ ਕਿ ਕੋਈ ਵੀ ਮਾੜੀਆਂ ਰੂਹਾਂ ਜਿਹੜੀਆਂ ਨੇ, ਜਾਂ ਜਿਨ੍ਹਾਂ ਨੂੰ ਰਾਖਸ਼ਿਸ਼ ਬਿਰਤੀਆਂ ਕਹਿੰਦੇ ਨੇ, ਜਾਂ ਉਹ ਲੋਕ ਜਿਹੜੇ ਭਗਤੀ ਦੇ ਵਿੱਚ ਕਿਸੇ ਤਰ੍ਹਾਂ ਦਾ ਆ ਕੇ ਕੋਈ ਵਾਧਾ ਪਾਉਂਦੇ ਨੇ, ਰੁਕਾਵਟ ਪਾਉਂਦੇ ਨੇ, ਉਹ ਇਸ ਲਕੀਰ ਨੂੰ ਲੰਘ ਨਹੀਂ ਸਕਦੇ। ਉਹ ਲਕੀਰਾਂ ਨਹੀਂ ਹੈ, ਉਹ ਇੱਕ ਤਰ੍ਹਾਂ ਦੀ ਬਾਉਂਡਰੀ ਵਾਲ ਹੈ ਜਿਹਨੂੰ ਕੋਈ ਟੱਪ ਨਹੀਂ ਸਕਦਾ। ਔਰ ਇਹਦਾ ਜ਼ਿਕਰ ਰਮਾਇਣ ਵਿੱਚ ਵੀ ਬੜੀ ਚੰਗੀ ਤਰ੍ਹਾਂ ਆਪਾਂ ਸੁਣਿਆ ਹੈ ਕਿ ਲక్ష్మణ ਰੇਖਾ ਜਿਹੜੀ ਹੈ ਉਹਦੇ ਵਿੱਚ ਬੜੀ ਸ਼ਕਤੀ ਸੀ, ਔਰ ਇਹ ਮੰਨਿਆ ਗਿਆ ਵੀ ਜੇ ਰਾਵਣ ਉਸ ਲక్ష్మణ ਰੇਖਾ ਨੂੰ ਪਾਰ ਕਰਦਾ ਤਾਂ ਉਸਨੇ ਸੜ ਕੇ ਸੁਆਹ ਹੋ ਜਾਣਾ ਸੀ। ਗੁਰਬਾਣੀ ਵਿੱਚ ਵੀ ਲਿਖਿਆ ਹੈ, ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਦਰਜ ਹੈ ਕਿ ਤਾਤੀ ਵਾਉ ਨਾ ਲਾਗਈ, ਪਾਰ ਬ੍ਰਹਮ ਸ਼ਰਨ ਆਈ, ਚੌਗਿਰਦ ਹਮਾਰੇ राम कार दुख लगे ना पाई। तत्ती वाओ ना लग गई, ਤੁਹਾਨੂੰ ਤੱਤੀ ਹਵਾ ਵੀ ਨਹੀਂ ਲੱਗੇਗੀ ਜੇ ਤੁਸੀਂ ਪਰਮੇਸ਼ਰ ਦੀ ਸ਼ਰਨ ਆਵੋਗੇ, ਕਿਉਂਕਿ ਜਿਹੜੇ ਪਰਮੇਸ਼ਰ ਦੀ ਸ਼ਰਨ ਆਉਂਦੇ ਨੇ ਉਹਨਾਂ ਦੇ ਆਲੇ ਦੁਆਲੇ ਪਰਮਾਤਮਾ ਜਿਹੜਾ ਹੈ ਉਹ ਇੱਕ ਐਸੀ ਰਾਮਕਾਰ ਬਣਾਉਂਦਾ ਹੈ, ਐਸੀ ਆਲੇ ਦੁਆਲੇ ਇੱਕ ਚੱਕਰ, ਇੱਕ ਰਾਮ ਲਕੀਰ ਖਿੱਚਦਾ ਹੈ ਕਿ ਕੋਈ ਵੀ ਮਾੜੀ ਚੀਜ਼ ਉਹਦੇ ਅੰਦਰ ਆ ਨਹੀਂ ਸਕਦੀ। ਹੁਣ ਇਹ ਗੱਲਾਂ ਮੈਂ ਤੇ ਆਪਣੀਆਂ ਅੱਖਾਂ ਨਾਲ ਵੇਖ ਕੇ ਆਇਆ, ਤੁਸੀਂ ਵੇਖਿਆ ਹੋਣਾ ਹੈ। ਆਪਾਂ ਹੁਣ ਸੁਣਦੇ ਆ
ਕਿ ਗਵਰਨਮੈਂਟ ਨੇ ਉੱਥੇ ਜੀ ਟੈਲੀਫੋਨ ਬੰਦ ਕਰ ਦਿੱਤਾ ਹੈ ਜੀ, ਉੱਥੇ ਨੈੱਟ ਬੰਦ ਕਰ ਦਿੱਤਾ ਹੈ ਜੀ। ਵੀ ਕਿਵੇਂ ਬੰਦ ਕਰ ਦਿੱਤਾ ਹੈ? ਜਿੱਥੇ ਅੱਜ ਕਿਸਾਨ ਬੈਠੇ ਨੇ ਉੱਥੇ ਇੰਟਰਨੈਟ ਬੰਦ ਹੈ। ਜਿਵੇਂ ਹੀ ਤੁਸੀਂ ਅੱਗੇ ਲੰਘੋਗੇ ਫਿਰ ਚੱਲ ਪਵੇਗਾ, ਜਦੋਂ ਤੁਸੀਂ ਇੱਧਰ ਆਓਗੇ ਫਿਰ ਚੱਲ ਪਵੇਗਾ। ਮੈਂ ਇਸ ਗੱਲ ਦਾ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਸਿਨਸਿਨੈਟੀ ਸਿਟੀ ਹੈ ਅਮਰੀਕਾ ਦੇ ਵਿੱਚ। ਮੈਂ ਜਿਸ ਘਰ ਵਿੱਚ ਠਹਿਰਿਆ ਉਹ ਸੱਜਣ ਕਹਿੰਦਾ ਗਿਆਨੀ ਜੀ ਸੈਰ ਕਰੀਏ ਬਾਹਰ, ਬੜਾ ਵਧੀਆ ਮੌਸਮ ਸੀ ਅੱਜ ਕੱਲ੍ਹ ਦਾ। ਮੈਂ ਕਿਹਾ ਚਲੋ। ਅਸੀਂ ਘਾਹ ਤੇ ਤੁਰਨ ਲੱਗ ਗਏ, ਬੜੀ ਤਰੇੜ ਸੀ, ਜਿਵੇਂ ਮੀਂਹ ਪੈ ਕੇ ਹਟਿਆ ਹੋਵੇ, ਬੜਾ ਅੱਛਾ ਲੱਗਾ ਪੈਰਾਂ ਨੂੰ ਵੀ। ਇੰਨੇ ਨੂੰ ਮੈਂ ਕੀ ਵੇਖਿਆ ਵੀ ਗੁਆਂਢੀਆਂ ਦਾ ਕੁੱਤਾ ਭੱਜਾ ਆਉਂਦਾ ਹੈ ਤੇ ਮੈਂ ਡਰ ਗਿਆ। ਉਹ ਮੈਨੂੰ ਕਹਿੰਦਾ ਵੀ ਇਹ ਕੁਝ ਨਹੀਂ ਕਰੇਗਾ। ਉਹੀ ਗੱਲ ਹੋਈ, ਉਹ ਕੁਝ ਅੱਗੇ ਆਇਆ, ਅੱਗੇ ਆ ਕੇ ਤੇ ਮੁੜ ਗਿਆ। ਮੈਂ ਕੀ ਹੋਇਆ? ਕਹਿੰਦਾ ਇਹਦੇ ਗਲ ਵਿੱਚ ਪਟਾ ਪਾਇਆ ਹੋਇਆ ਮਾਲਕ ਨੇ, ਤੇ ਮੇਰੇ ਘਰ ਦੀ ਤੇ ਗੁਆਂਢੀਆਂ ਦੇ ਘਰ ਦੀ ਜਿੱਥੇ ਹੱਦ ਹੈ ਉਹਦੇ ਥੱਲੇ ਉਸਨੇ ਇੱਕ ਤਾਰ ਦੱਬੀ ਹੋਈ ਹੈ। ਇਹ ਜਿਵੇਂ ਉਹਦੇ ਲਾਗੇ ਆਉਂਦਾ ਤੇ ਉਹਦੇ ਚੋਂ ਕੁਝ ਕਰੰਟ ਨਿਕਲਦਾ ਹੈ ਤੇ ਇਹ ਉਸ ਦੱਬੀ ਹੋਈ ਤਾਰ ਤੋਂ ਅੱਗੇ ਜਾ ਨਹੀਂ ਸਕਦਾ। ਚਲੋ ਇੱਕ ਗੱਲ ਹੋਈ। ਇੱਕ ਹੋਰ ਘਰ ਗਏ, ਬੜਾ ਮਹਿੰਗਾ ਘਰ ਸੀ। ਮੇਰਾ ਖਿਆਲ ਮੈਂ ਆਪਣੀ ਜ਼ਿੰਦਗੀ 'ਚ ਜਿੰਨੇ ਕੁ ਮਹਿੰਗੇ ਘਰ ਵੇਖੇ ਉਹਨਾਂ 'ਚ ਇੱਕ ਸੀ ਉਹ। ਹੋਰ ਵੀ ਵੇਖੇ ਹੋਣੇ, ਉਹ ਵੀ ਬਹੁਤ ਮਹਿੰਗਾ ਸੀ। ਬਾਹਰ ਪੂਲ ਬਣਿਆ, ਓਪਨ ਟੀਵੀ ਲੱਗੇ। ਮੈਂ ਕਿਹਾ ਤੁਸੀਂ ਇਹ ਟੀਵੀ ਚਲਾ ਸਕਦੇ ਹੋ? ਕਿਉਂਕਿ ਅਮਰੀਕਾ ਦੇ ਵਿੱਚ ਤੁਸੀਂ ਗੁਆਂਢੀਆਂ ਦੇ ਘਰ ਤੁਹਾਡੀ ਆਵਾਜ਼ ਨਹੀਂ ਜਾਣੀ ਚਾਹੀਦੀ, ਆਪਣੇ ਘਰ ਜੋ ਮਰਜ਼ੀ ਕਰੋ। ਕਹਿੰਦੇ ਗਿਆਨੀ ਜੀ ਅਸੀਂ ਐਸੀਆਂ ਦੀਵਾਰਾਂ ਬਣਾਈਆਂ ਹੋਈਆਂ ਨੇ ਵੀ ਇਹ ਟੀਵੀ ਚੱਲਣ ਗੁਆਂਢੀਆਂ ਦੇ ਘਰ ਆਵਾਜ਼ ਜਾਏਗੀ ਨਹੀਂ। ਹਵਾ ਦੇ ਵਿੱਚ, ਏਅਰ ਦੇ ਵਿੱਚ, ਸਪੇਸ ਦੇ ਵਿੱਚ ਉਹਨਾਂ ਨੇ ਜਿਹੜੀ ਇਹ ਤਕਨੀਕ ਹੈ ਉਹ ਵਰਤੀ ਹੋਈ ਹੈ। ਤੋ ਇਸੇ ਤਰ੍ਹਾਂ ਧਰਮ ਦੀ ਦੁਨੀਆ ਦਾ ਇੱਕ ਵਿਸ਼ਵਾਸ ਹੈ ਕਿ ਜੇ ਤੁਹਾਡੇ ਆਲੇ ਦੁਆਲੇ ਪ੍ਰਮਾਤਮਾ ਨੇ ਰਾਮਕਾਰ ਕੱਢ ਦਿੱਤੀ ਹੈ, ਤੁਹਾਨੂੰ ਕੋਈ ਦੁੱਖ ਨਹੀਂ ਹੈ। ਪਰ ਗਲਤੀ ਇਹ ਸਾਡੀ ਵੀ ਅਸੀਂ ਮੰਨਦੇ ਹੀ ਨਹੀਂ। ਅਸੀਂ ਹਰ ਚੀਜ਼ ਨੂੰ ਮੰਨਦੇ ਹਾਂ, ਭੂਤਾਂ ਪ੍ਰੇਤਾਂ ਨੂੰ ਮੰਨਦੇ ਹਾਂ, ਮੜੀਆਂ ਮਸਾਣੀਆਂ ਨੂੰ ਮੰਨਦੇ ਹਾਂ, ਨਹੀਂ ਮੰਨਦੇ ਤੇ ਰੱਬ ਨੂੰ ਨਹੀਂ ਮੰਨਦੇ। ਜਿਹੜਾ ਰੱਬ ਤੁਹਾਨੂੰ ਬਾਰ-ਬਾਰ ਇਹ ਗੱਲ ਸਮਝਾਉਂਦਾ ਹੈ ਕਿ ਸੰਸਾਰ ਦੇ ਲੋਕੋ ਪਰਮਾਤਮਾ ਇਹਨਾਂ ਹੱਥਾਂ ਪੈਰਾਂ ਤੋਂ ਨੇੜੇ ਹੈ। ਰਿਸ਼ਤੇਦਾਰਾਂ ਤੋਂ ਨੇੜੇ ਨਹੀਂ। ਰਿਸ਼ਤੇਦਾਰਾਂ ਤੋਂ ਨੇੜੇ ਤਾਂ ਗੁਆਂਢੀ ਹੁੰਦੇ ਨੇ, ਗੁਆਂਢੀਆਂ ਤੋਂ ਨੇੜੇ ਘਰ ਦੇ ਜੀ ਹੁੰਦੇ ਨੇ, ਘਰ ਦੇ ਜੀਆਂ ਤੋਂ ਨੇੜੇ ਤੁਹਾਡੇ ਆਪਣੇ ਹੱਥ ਪੈਰ ਹੁੰਦੇ ਨੇ। ਦੇਖੋ ਜਦੋਂ ਸਰੀਰ ਤੇ ਕਿਤੇ ਵੀ ਤਕਲੀਫ ਹੁੰਦੀ ਹੈ, ਵਿਦਨ ਸੈਕਿੰਡ ਹੱਥ ਤੁਹਾਡਾ ਅੱਖ ਤੇ ਵੀ ਚਲਾ ਜਾਏਗਾ, ਮੂੰਹ ਤੇ ਵੀ ਚਲਾ ਜਾਏਗਾ, ਲੱਤ ਬਾਂਹ ਤੇ ਵੀ ਚਲਾ ਜਾਏਗਾ, ਦਿਲ ਤੇ ਵੀ ਆ ਜਾਏਗਾ। ਉਹਨੂੰ ਕਿਸੇ ਤਰ੍ਹਾਂ ਦੀ ਕਮਾਂਡ ਨਹੀਂ ਦੇਣੀ ਪੈਂਦੀ। ਪਰ ਰੱਬ ਦੀ ਗੱਲ ਇਸ ਤੋਂ ਵੀ ਅੱਗੇ ਹੈ ਕਿ ਕਹਿ ਰਵਿਦਾਸ ਹਾਥ ਪੈ ਨੇੜੇ ਸਹਜੇ ਹੋਏ ਸੋ ਹੋਈ। ਉਹ ਤੇ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ ਭਾਈ। ਤੋ ਪੰਡਤ ਨੇ ਕਾਰਾਂ ਕੱਢੀਆਂ, ਇਸ਼ਨਾਨ ਕੀਤਾ, ਸਰੀਰ ਤੇ ਚੱਕਰ ਬਣਾਏ, ਫਿਰ ਉਸ ਚੌਂਕੇ ਵਿੱਚ ਬੈਠਾ, ਫਿਰ ਉਹਨੇ ਸਾਲਗ੍ਰਾਮਾਂ ਦੀ ਪੂਜਾ ਕੀਤੀ, ਫਿਰ ਉਹਨੇ ਅੱਖਾਂ ਬੰਦ ਕੀਤੀਆਂ, ਫਿਰ ਉਹਨੇ ਇੱਕ ਲੰਬੀ ਮਾਲਾ ਆਪਣੇ ਹੱਥ ਵਿੱਚ ਪਕੜੀ, ਫਿਰ ਉਹਨੇ ਕਹਿਣਾ ਸ਼ੁਰੂ ਕੀਤਾ ਵੀ ਮੈਨੂੰ ਤਾਂ 3 ਲੋਕ ਦਿਸਦੇ ਨੇ। ਲੋਕਾਂ ਨੇ ਜਿਹੜੇ ਉਹ ਸਾਲਗ੍ਰਾਮ ਮੂਰਤੀਆਂ ਰੱਖੀਆਂ ਸੀ ਚੌਂਕੀ ਤੇ, ਉਹਨਾਂ ਤੇ ਪੈਸੇ ਰੱਖ ਕੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ। ਹੁਣ ਉਹ ਕਦੇ ਕਦੇ ਅੱਖਾਂ ਖੋਲ ਕੇ ਵੇਖ ਲੈਂਦਾ ਵੀ ਪੈਸੇ ਕਿੰਨੇ ਕਾਏ ਨੇ। ਪਰ ਹੁਣ ਜਦੋਂ ਉਹਨੇ ਇੱਕ ਵਾਰੀ ਵੇਖਿਆ ਤੇ ਕੀ ਹੈ, ਨਾ ਪੈਸੇ ਨੇ ਨਾ ਚੌਂਕੀ ਹੈ। ਉਹਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਪੰਡਤ ਜੀ ਤੁਹਾਨੂੰ ਤਾਂ 3 ਲੋਕ ਦਿਸਦੇ ਨੇ, ਤਾਂ ਇਹਦੇ ਵਿੱਚ ਕੋਈ ਸੰਦੇਹ ਨਹੀਂ ਹੋਣਾ ਚਾਹੀਦਾ
ਕਿ ਜੇ ਚੌਂਕੀ ਤੁਹਾਡੇ ਅੱਗੋਂ ਕਿਸੇ ਨੇ ਚੁੱਕੀ ਹੈ ਤੇ ਤਿੰਨਾਂ ਲੋਕਾਂ 'ਚ ਹੀ ਹੈ ਨਾ, ਚੌਥਾ ਲੋਕ ਤੇ ਕੋਈ ਹੈ ਹੀ ਨਹੀਂ। ਆਕਾਸ਼ ਵਿੱਚ ਹੋਵੇ ਤੇ ਤਾਂ ਵੀ ਤੁਹਾਨੂੰ ਦਿਸਣੀ ਚਾਹੀਦੀ ਹੈ, ਅਗਰ ਜ਼ਮੀਨ ਦੇ ਥੱਲੇ ਹੋਵੇ ਤੇ ਤਾਂ ਵੀ ਦਿਸਣੀ ਚਾਹੀਦੀ ਹੈ। ਤੇ ਜੇ ਇੱਥੇ ਇਸ ਧਰਤੀ ਦੇ ਉੱਪਰ ਹੀ ਹੈ ਤੇ ਧਰਤੀ ਦੇ ਉੱਪਰ ਤੇ ਤੁਹਾਨੂੰ ਸਾਰਾ ਦਿਸਦਾ ਹੀ ਹੈ। ਪੰਡਤ ਨੂੰ ਗੱਲ ਸਮਝ ਆ ਗਈ ਕਿ ਇਸ ਵਿਅਕਤੀ ਨੇ ਜਿਹੜਾ ਮੈਨੂੰ ਮਜ਼ਾਕ ਕੀਤਾ ਹੈ, ਦੇਖੋ ਹਰ ਪ੍ਰੋਫੈਸ਼ਨ ਦੀ ਇੱਕ ਆਪਣੀ ਲੈਂਗੁਏਜ ਹੁੰਦੀ ਹੈ, ਆਪਣੀ ਭਾਸ਼ਾ ਹੁੰਦੀ ਹੈ। ਅਗਰ ਤੁਸੀਂ ਠੀਕ ਉਸ ਭਾਸ਼ਾ ਵਿੱਚ ਗੱਲ ਕਰੋਗੇ, ਸਾਹਮਣੇ ਵਾਲਾ ਬੰਦਾ ਤੁਹਾਡਾ ਸਟੇਟਸ, ਤੁਹਾਡੀ ਨੌਲੇਜ ਇੱਕਦਮ ਉਸ ਨੂੰ ਉਹ ਕੈਚ ਕਰੇਗਾ। ਔਰ ਇਹ ਜ਼ਿੰਦਗੀ ਦਾ ਇੱਕ ਐਕਸਪੀਰੀਅੰਸ ਹੁੰਦਾ, ਹੋਰ ਕੁਝ ਨਹੀਂ ਹੁੰਦਾ। ਅੱਜ ਤੋਂ 4-5 ਮਹੀਨੇ ਪਹਿਲਾਂ ਮੈਨੂੰ ਖੁਦ 에ਅਰਪੋਰਟ ਤੇ ਲੋੜ ਪਈ ਕਿ ਕਸਟਮ ਵਾਲਿਆਂ ਨੇ ਕਿਸੇ ਸੱਜਣ ਮਿੱਤਰ ਦਾ ਸਮਾਨ ਜਮ੍ਹਾਂ ਕਰ ਲਿਆ ਜੀ, ਵਾਪਸੀ ਤੇ ਲੈ ਲਿਓ। ਜਦੋਂ ਵਾਪਸੀ ਤੇ ਆਇਆ ਤੇ ਕਹਾਣੀਆਂ ਪਾਉਣੀਆਂ ਸ਼ੁਰੂ ਕਰਤੀਆਂ। ਹੁਣ ਬੇਈਮਾਨੀ ਕੀ ਸੀ ਵੀ ਇਹ ਬੰਦਾ ਜਾਵੇ ਤੇ ਬਸ ਠੀਕ ਹੈ। ਰਾਤ ਦੇ 12 ਵੱਜ ਗਏ, ਉਹਨੇ ਮੈਨੂੰ ਉਠਾਇਆ, ਮੈਂ ਕਿਸੇ ਕਸਟਮ ਵਾਲੇ ਨੂੰ ਉਠਾ ਲਿਆ। ਉਹ ਮੈਨੂੰ ਕਹਿੰਦਾ ਗਿਆਨੀ ਜੀ ਇੱਕ ਨੁਕਤਾ ਦੇਵਾਂ ਤੁਹਾਨੂੰ। ਮੈਂ ਕਿਹਾ ਕੀ? ਕਹਿੰਦੇ 에ਅਰਲਾਈਨ ਵਾਲਿਆਂ ਨੂੰ ਕਹੋ ਵੀ ਮੈਂ ਡੀਸੀ ਨਾਲ ਗੱਲ ਕਰਨੀ ਹੈ। ਕਸਟਮ ਡਿਪਾਰਟਮੈਂਟ ਦੇ ਵਿੱਚ 에ਅਰਪੋਰਟ ਤੇ ਇੱਕ ਪੋਸਟ ਹੈ, ਉਹਨੂੰ ਡੀਸੀ ਕਹਿੰਦੇ ਨੇ। ਆਪਾਂ ਜ਼ਿਲ੍ਹੇ 'ਚ ਡੀਸੀ ਕਲੈਕਟਰ ਨੂੰ ਕਹਿੰਦੇ ਆ। ਤੇ ਉਹ ਕਹਿੰਦੇ ਵੀ ਇਹਨੂੰ ਕਹੋ ਬੰਦੇ ਨੂੰ ਵੀ ਮੈਨੂੰ ਡੀਸੀ ਨੂੰ ਮਿਲਾ ਦਿਓ। ਉਹ ਜਿਵੇਂ ਹੀ ਉਹਨੇ ਕਿਹਾ ਜੀ ਮੈਨੂੰ ਡੀਸੀ ਨੂੰ ਮਿਲਾਓ, ਉਹਨਾਂ ਨੇ ਫਟਾਫਟ ਸਮਾਨ ਵਾਪਸ ਕਰਤਾ। ਹੁਣ ਉਹਨਾਂ ਨੂੰ ਸਮਝ ਆ ਗਈ ਵੀ ਇਸ ਬੰਦੇ ਨੂੰ ਨੌਲੇਜ ਹੈ ਵੀ ਅਪਰੋਚ ਕਿਹਨੂੰ ਕਰਨੀ ਹੈ, ਦਰਖਾਸਤ ਕਿੱਥੇ ਦੇਣੀ ਹੈ। ਕਿਉਂਕਿ ਜਿਹੜੀ ਵਕਤ ਦੀ ਨਮਾਜ਼ ਇਹ ਬਹੁਤੇ ਲੋਕਾਂ ਨੂੰ ਨਹੀਂ ਆਉਂਦੀ। ਜਿਹੜੀ ਵਕਤ ਦੀ ਨਮਾਜ਼ ਪੜ੍ਹਨੀ ਹੈ, ਜਿਹੜੀ ਸਹੀ ਜਗ੍ਹਾ ਤੇ ਜਾ ਕੇ, ਜਿਹਨੂੰ ਸਤਿਗੁਰੂ ਮਹਾਰਾਜ ਆਪਣੀ ਬਾਣੀ ਵਿੱਚ ਕਹਿੰਦੇ ਨੇ ਕਿ ਭਾਈ ਇਹ ਆਪਣੀ ਜ਼ਿੰਦਗੀ ਵਿੱਚ ਸਿੱਖ ਲਓ ਕਿ ਜਿੰਨਾ ਚਿਰ ਤੁਸੀਂ ਸਹੀ ਥਾਂ ਤੇ ਜਾ ਕੇ ਸਹੀ ਗੱਲ ਨਹੀਂ ਕਰੋਗੇ, ਤੁਹਾਡੀ ਗੱਲ ਜਿਹੜੀ ਉਹ ਖੂਹ ਖਾਤੇ ਵਿੱਚ ਚਲੀ ਜਾ ਸਕਦੀ, ਐਵੇਂ ਅਜਾਈ ਚਲੀ ਜਾ ਸਕਦੀ ਹੈ। ਇਸ ਕਰਕੇ ਜਦੋਂ ਉਹਨੇ ਜਾ ਕੇ ਕਿਹਾ, ਉਹਨਾਂ ਨੇ ਸਮਾਨ ਵਾਪਸ ਕਰ ਦਿੱਤਾ। ਸਤਿਗੁਰੂ ਨੇ ਕਿਹਾ ਵੀ ਭਾਈ ਤੈਨੂੰ ਤਾਂ 3 ਲੋਕ ਦਿਸਦੇ ਨੇ। ਤੇ ਪੰਡਤ ਜੀ ਦੀ ਮੱਤ ਵਾਪਸ ਆ ਗਈ। ਉਹਨੂੰ ਸਮਝ ਆ ਗਈ ਕਿ ਬੰਦਾ ਮੈਨੂੰ ਸਮਝਦਾ ਹੈ, ਇਹ ਲੋਕਾਂ ਵਰਗਾ ਨਹੀਂ ਕਿ ਮੇਰੀਆਂ ਗੱਲਾਂ ਵਿੱਚ ਬੁੱਧੂ ਬਣ ਜਾਏ। ਉਹਨੇ ਕਿਹਾ ਸੰਤ ਜੀ ਗੱਲ ਇਹ ਹੈ, ਪਾਪੀ ਪੇਟ ਦਾ ਸਵਾਲ ਹੈ। ਪੇਟ ਦੀਆਂ ਰੋਟੀਆਂ ਖਾਤਰ ਮੈਂ ਸਾਰੇ ਕੰਮ ਕਰਦਾ ਤੇ ਮੇਰੀ ਮਾਇਆ ਮੈਨੂੰ ਵਾਪਸ ਦੇ ਦਿਓ। ਸਤਿਗੁਰਾਂ ਨੇ ਕਿਹਾ ਦੇ ਦਿਆਂਗੇ ਭਾਈ, ਤੂੰ ਇਹ ਸਾਰਾ ਕੁਝ ਛੱਡ ਦੇ। ਇਹ ਕਥਾ ਅਸੀਂ 2 ਦਿਨ ਵਿੱਚੋਂ ਨਹੀਂ ਸੁਣੀ, ਉਸ ਤੋਂ ਪਹਿਲਾਂ ਸੁਣੀ ਹੈ ਕਿ ਪੰਡਤ ਨੇ ਆਖਿਆ ਜੀ ਸਾਰੀ ਦੁਨੀਆ ਹੀ ਇਦਾਂ ਕਰਦੀ ਹੈ। ਉੱਥੇ ਫਿਰ ਸਤਿਗੁਰੂ ਜੀ ਨੇ ਇੱਕ ਸ਼ਬਦ ਉਚਾਰਿਆ ਸੀ। ਉਹ ਜਿਹੜਾ ਸ਼ਬਦ ਸੀਗਾ ਕਿ ਕਾਲ ਨਾਹੀ, ਜੋਗ ਨਾਹੀ, ਨਾਹੀ ਸਤ ਕਾ ਢਬ, ਥਨਸਟ ਜਗ ਭ੍ਰਸ਼ਟ ਹੋਆ, ਡੂਬਤਾ ਇਵ ਜਗ, ਕਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮੀਟੈ ਨਾਕ ਪਕੜੈ, ਠੱਗਣ ਕਉ ਸੰਸਾਰ। ਫਿਰ ਇਹਦੇ ਅਰਥ ਵੀ ਉਸ ਨੂੰ ਸਮਝਾਏ। ਫਿਰ ਸਤਿਗੁਰੂ ਨੇ ਦੂਜੀ ਪੌੜੀ ਉਚਾਰੀ, ਆਂਟ ਸੇਤੀ ਨਾਕ ਪਕੜੈ, ਸੂਝਤੈ 3 ਲੋਕ, ਮਗਰ ਪਾਛੈ ਕੱਛ ਨਾ ਸੂਝੈ, ਇਹ ਪਦਮ ਅਲੋ। ਸਤਿਗੁਰੂ ਕਹਿੰਦੇ ਤੂੰ ਕਹਿੰਦੇ ਮੈਨੂੰ 3 ਲੋਕ ਦੀਦੇ ਨੇ ਭਾਈ, ਪਰ ਅੱਗੇ ਪਿੱਛੇ ਤੈਨੂੰ ਦੀਦਾ ਕੋਈ ਨਹੀਂ। ਹੋਇਆ ਕਿ ਅੱਗੋਂ ਚੌਂਕੀ ਚੁੱਕੀ ਪਿੱਛੇ ਰੱਖਦੀ। ਹੁਣ ਹਾਲਾਤ ਤੇ ਸਾਰਿਆਂ ਦੇ ਇਦਾਂ ਦੇ ਹੀ ਨੇ। ਹੁਣ ਮੈਨੂੰ ਅੱਗੇ ਤੇ ਦੀਦਾ, ਮਗਰ ਤੇ ਨਹੀਂ ਦਿਸਦਾ। ਹੁਣ ਜਿਹੜਾ ਕਵੇ ਜੀ ਮੇਰੇ ਕੋਲ ਅੰਤਰਜਾਮਤ ਹੈ ਤੇ ਉਹਨੂੰ ਪਿੱਛੇ ਵੀ ਦਿਸਣਾ ਚਾਹੀਦਾ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਪੰਡਤ ਨੂੰ, ਕਰਮਕਾਂਡੀ ਨੂੰ ਸਮਝਾਉਂਦੇ ਨੇ। ਹਾਂਜੀ।
जाने संत राम को प्यारे, जेह निज हृदय समाई तारे। सतगुरु कहन लगे पंडित जी सुनो, खानियां ते दो रोटियां ने, सोए ना खाए ना चांदी खाई, धरनी दफन किए तज जाई, जग के काज चलावन कारण, धन किए करण सबर सर्व विवहारण। धन काहदे लई चाहीदा? धन चाहीदा दुनिया के काम धंधे करन लई। हुण ये तुसी फैसला करो कि तुसी तुहाडे किन्ने क काम ने जिहदे लई तुहानूं धन चाहीदा। देखो एक वो गरीब है जिन्हों धन रोटी वास्ते भी नहीं मिलता। हुण एक बंदा वो है जिन्हों धन सांभण वास्ते इंडिया विच कोई बैंक भी नहीं मिलता, कोई लाकर भी नहीं मिलता, वो फिर विदेश विच जांदा है। हुण ऐसे बंदे लई ये उपदेश है, जिन्हों दो वक्त की रोटी नहीं मिलती, ये उपदेश उहदे वास्ते नहीं है, ये उन्हां मनुखां वास्ते उपदेश है। संत भगत जो उर सचियारू, गुपत प्रगट से जानन हारू, किते असंख पदम धन जो, सब धरनी में गाड़ियो सो। लोकां ने अरबां खरबां ते पदम गंज, ये धन जिहड़ा है ये धरती विच दब के लोग चले गए, इत्थे च रह गया धन, कद किसी दे नाल तां जांदा नहीं भाई। तो सतगुरु पिता जी कहंदे एक गल संत जानदे ने, रब दे प्यारे जानदे ने कौन? जिन्हां दी रब नाल सुरत जुड़दी है, दूजे बंदे नूं मरण तक भी नहीं समझ आउंदी। तुसी वेखिया होना है अमूमन की हुंदा है जदों बंदा डैथ बैड ते हुंदा है ना, उस वेले भी बंदा अपने बच्चों नूं ये नहीं कहंदा कि पुत्रो मेरे तो गलती हुई, मैं माया मगर दौड़दा रहा ते तुसी संभल के चले हो। कहंदा नहीं लिख लो, इन्ने पैसे उहदे तो भी लैणे ने, इन्ने पैसे उहदे तो भी लैणे ने, ये जायदाद अपनी उत्थे पई है, ये जायदाद अपनी उहदे नां ते है। जे कोई दिक्कत आवे तो वह पटवारी नूं मेरा नाम लै देना, नंबरदार नूं नाल लै जाना, वो फलाना अमका बंदा अफसर तुहाडे काम आएगा। मरदा मरदा भी वो डिकटेट करी जाता है, अजे भी उत्थे ही खलोता है। नहीं तो दसना चाहिए सी एक्सपीरियंस की सीगा, वो ये सीगा कि पुत्र मैं अरबा खरबा कमाया पर मैं अपनी जिंदगी विच करोड़ा भी नहीं खर्च सकिया। सिख धर्म दे विच माया जिहड़ी है इहदा इन्ना विरोध नहीं है जिन्ना दूजे धर्मां विच। बड़ा माया नूं भंडिया जांदा है, बड़ा माड़ा माया नूं माड़ा बोलिया जांदा है, पर सच ये है भी माया फिर तिजोरियां विच भर ली जाती है, खजाने बना ले जाते हैं, वो बाहर जेड सिक्योरिटी खड़ी कर दी जाती है, नाले कही जाते हैं माया बड़ी माड़ी है। भी दसो कादी माड़ी है? तुसी अपनी जिंदगी जोखम च पाई हुई है। हाँ माया जरूर चाहिए है। माया दे नाल की करो? माया नाल स्कूल बनाओ, माया नाल हॉस्पिटल बनाओ, माया दे नाल लोकां दी सेवा दे कारज करो। धन जिहड़ा है ना वो खर्चना चाहिए। तुसी जदों आपां कहने आ भी इकोनॉमी का बुरा हाल है, इकोनॉमी का बुरा हाल कदों हुंदा है? जिवें अज है जी पैसा ही है नहीं किसी कोले, पैसा सब कोले है, कित्थे गया पैसा? जिन्हें गौरमेंट ने करंसी के नोट जिहड़े प्रिंट कीते ने, तुसी की सोचते हो भी उन्हां दे नंबर उड़ गए ने उत्तों, जां उन्हां दा रंग वाइट हो गया है? ना, सिर्फ इन्ना है कि हुण पैसा वो किसी सर्कल विच घूम नहीं रहा, वो स्टक हो गया। मैं अपने कोल रख लिया, तुसी अपने कोल रख लिया, तो जिदन ये पैसा फिर सर्कल विच आ गया, तुसी भी खर्चण लग गए, मैं भी खर्चण लग गया, खरीदो फरोख्त शुरू हो गई, तो उधर ही असीं कहांगे जी इकोनॉमी तो बड़ी वधिया इस मुल्क की। पैसे उन्ने ही ने, सोना उन्ने क्वांटल ही है, उन्ने ही टन है, चांदी भी उन्नी है। जिन्हें RBI ने नोट प्रिंट कर दिते सारे इत्थे ही पए ने, कोई उन्होंने नंबर नहीं घसे, कोई उन्होंने रंग नहीं उड़ गया। गल सिर्फ इन्नी है कि ना कोई चीज़ लै रहा है ना कोई वेच रहा है। इंज लगता है सानू मुल्क ही गरीब हो गया, कोई मुल्क गरीब नहीं होया।
ਇਸ ਕਰਕੇ ਗੱਲ ਨੂੰ ਸਮਝਣ ਦੀ ਲੋੜ ਹੈ। ਧਨ ਦੀ ਤੁਹਾਨੂੰ ਕਿੰਨੀ ਲੋੜ ਹੈ? ਸਿੱਖ ਧਰਮ ਦੇ ਵਿੱਚ ਧਨ ਦਾ ਜਿਹੜਾ ਸਟੇਟਸ ਹੈ ਉਹ ਗੁਜਰਾਨ ਹੈ, ਇਸ ਤੋਂ ਅੱਗੇ ਕੁਝ ਵੀ ਨਹੀਂ ਹੈ। ਹਾਂ, ਜਿੱਥੋਂ ਤੱਕ ਤੁਹਾਡੀ ਜ਼ਿੰਦਗੀ ਦੇ ਕੱਪੜਿਆਂ ਦੀ ਗੱਲ ਹੈ, ਤੁਹਾਡੇ ਆਉਣ ਜਾਣ ਦੇ ਸਾਧਨਾਂ ਦੀ ਗੱਲ ਹੈ, ਤੁਹਾਡੇ ਘਰ ਵਿੱਚ ਸਿਰ ਲੁਕਾਉਣ ਦੇ ਮਕਾਨ ਦੀ ਗੱਲ ਹੈ, ਸਤਿਗੁਰੂ ਨੇ ਸਾਰੇ ਪ੍ਰਵਾਨ ਕੀਤੇ ਨੇ। ਕਿ ਗ੍ਰਹਿ ਪ੍ਰਵੇਸ਼ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਜਾਂਦੇ? ਬਿਲਕੁਲ ਜਾਂਦੇ ਨੇ। ਕਿ ਵਿਆਹ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਾਵਾਂ ਨਹੀਂ ਪੜ੍ਹੀ ਦੀਆਂ? ਬਿਲਕੁਲ ਪੜ੍ਹੀ ਦੀਆਂ ਨੇ। ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਅਸੀਂ ਆਪਣੇ ਬੱਚਿਆਂ ਦੇ ਰਿਸ਼ਤੇ ਕਰਦੇ, ਇੱਕ ਦੂਜੇ ਦੇ ਗਲਾਂ 'ਚ ਸੋਨੇ ਦੀਆਂ ਚੈਨੀਆਂ ਨਹੀਂ ਪਾਉਂਦੇ? ਬਿਲਕੁਲ ਪਾਉਂਦੇ ਆ। ਤੇ ਫਿਰ ਮਨਾ ਕੀ ਹੈ? ਮਨਾ ਇਕੱਠਾ ਕਰਨਾ। ਮਨਾ ਹੈ ਇਸ ਚਿੱਟੇ ਧਨ ਨੂੰ ਕਾਲਾ ਬਣਾ ਲੈਣਾ। ਕਦੋਂ ਕਾਲਾ ਬਣਦਾ ਹੈ? ਜਦੋਂ ਤੁਸੀਂ ਉਹਨੂੰ ਨੱਪਣਾ ਸ਼ੁਰੂ ਕਰ ਦਿੱਤਾ ਹੈ। ਅਗਰ ਉਹ ਦੁਨੀਆ ਦੇ ਵਿੱਚ ਵਰਤਦਾ ਹੈ ਤੇ ਉਹ ਚਿੱਟਾ ਹੈ, ਤੇ ਜਦੋਂ ਉਹਨੂੰ ਤੁਸੀਂ ਰੋਕਣਾ ਸ਼ੁਰੂ ਕਰ ਦਿੱਤਾ ਤੇ ਉਹ ਕਾਲਾ ਹੋ ਗਿਆ। ਸੱਚੇ ਬਾਦਸ਼ਾਹ ਕਹਿਣ ਲੱਗੇ, ਪੰਡਤ ਜੀ, ਸੰਤ ਲੋਕਾਂ ਨੂੰ ਪਤਾ ਹੈ ਕਿ ਇਸ ਧਨ ਦੀ ਕੀਮਤ ਕੀ ਹੈ। ਗੁਜਰਾਨ ਤੋਂ ਅੱਗੇ ਕੋਈ ਕੀਮਤ ਨਹੀਂ ਹੈ। ਇਹ ਬਿਲਕੁਲ ਵਿਅਰਥ ਹੈ। ਇਹਦੀ ਕਿਸੇ ਦੀ ਜ਼ਿੰਦਗੀ 'ਚ ਕੋਈ ਕੀਮਤ ਨਹੀਂ ਜੇ। ਹਾਂਜੀ। विपर कहें जेते नर है, सब प्रीत कर धन को चहे। पंडित कहन लगा, महाराज सारा ज्ञान मैनू ही दे दिता जे। सारी दुनिया माया पिछे भजी फिरदी है, ते जे मैं चौंका सुच्चा कर लिया, मैं कारां कढ लईआं, ते जे मैं सालग्रामां दी पूजा करके लोकां तो मत्था टका लिया, ते मैं की माड़ा कीता? सारी दुनिया माया ही इकट्ठी करदी है। सच तो यही है। कोई बंदा भी जदों मंदिर गया, गुरुद्वारे गया, तुसी की सोचते उत्थे जाके उन्हें की मंगया? सब ने जाके ये गल ठीक है, कहंदे एक बारी माया दा ते भगवान दा झगड़ा हो गया। भगवान कहंदा भी मेरी दुनिया दे विच बड़ी गल बात है। माया कहन लगी नहीं, गल बात मेरी है। भगवान कहंदा भी किवें? कहंदी जी तुहाडा मंदिर भी तो मेरे नाल ही बनदा है। बिना माया तो भगवान तुहाडा कोई मंदिर भी नहीं बनता, कोई बनाउंदा है कोई? भगवान कहंदा भी जेड़े मेरे घर आउंदे ने, चलो मान लिया कि तेरे नाल मंदिर बन गया, पर जेड़े उत्थे मत्था टेकण आउंदे ने, कहंदी ये भी भगवान तेरा भुलेखा है। टल तेरा खड़काउंदे ने पर मंगदे मैनू ने। कदे किसी भगवान ने, पुजारी ने टल खड़का के कहा भगवान आओ घर नूं चलीए? ना। कोई गल टल खड़का के कहते भगवान माया दे दे। मंगते तो मैनू ने ना, टल तेरा खड़काउंदे ने। हाँ जी। नह जान परमेश्वर को, लोभ मोह में फस गए सो। सब दुनिया मोह ममता दे विच फसी है। नानक जी, कौन जानदा है परमेश्वर कौन है? रब दे बारे कोई नहीं जानता। सारी दुनिया माया दे मगर तुरी है। अज भी तुसी वेखो पाठ कीर्तन, जदों भी तुसी किसी नूं करन वास्ते कहोगे, अगला इको ही गल पुछेगा, इस पाठ करन नाल की होएगा? देखो जी, पाठ करन नाल एक गल ते क्लीयर है कि माड़ा कुछ नहीं होएगा, चंगा सब कुछ होएगा। अगला कहता नहीं नहीं, मैं इदां नहीं जी पुछया ज्ञानी जी। ਉਹਦਾ मतलब यह है भी मैनू ये समझाओ भी किहड़े पाठ नाल बीमारी ठीक हुंदी है, किहड़े पाठ नाल माया घर आउंदी है, किहड़े पाठ नाल कारोबार वधदे ने। ते उहनूं पुछो भी इस तो इलावा भी कोई पाठ है गुरु ग्रंथ साहब च? मैं हमेशा बेनती करदा, लोग पुछदे ने भी किहड़ा पाठ है जी जिहदे नाल घर काका हो सकदा है, भी उहनूं छड्डो भाई, तुसीं मैनूं तुसीं दस दिओ कि गुरु ग्रंथ साहब जो पाठ किहड़ा जिहदे नाल कुड़ियां हुंदियां ने। आपां कहिए सारे पंथ नूं भी ये पाठ ना करो बई। ਇਹ ਜੀ ਉਹ पाठ ਕਿਹੜਾ ਜਿਹਦੇ ਨਾਲ ਤੰਦਰੁਸਤੀ ਹੁੰਦੀ ਹੈ? ਚਲੋ ਤੁਸੀਂ ਦੱਸ ਦਿਓ ਫੋੜੇ ਕਿਹੜੇ ਪਾਠ ਨਾਲ ਨਿਕਲਦੇ ਨੇ? ਹੈ ਕੋਈ ਐਸਾ ਗੁਰੂ ਗ੍ਰੰਥ ਸਾਹਿਬ ਦੇ ਪਾਠ ਜਿਹਦੇ ਨਾਲ ਬਿਮਾਰੀ ਲੱਗਦੀ ਹੋਵੇ ਬੰਦੇ ਨੂੰ? ਨਾ। ਤੇ ਫਿਰ ਆਪਾਂ ਇੱਕ ਨਵੀਂ ਛਾਨਣੀ ਕਿਉਂ ਚੁੱਕ ਲਈ ਕਿ ਪਾਠ ਨੂੰ ਵੀ ਛਾਣੋ ਜੀ, ਕਿਹੜਾ ਪਾਠ ਚੰਗਾ ਹੈ ਤੇ ਕਿਹੜਾ ਨਹੀਂ ਚੰਗਾ? ਨਾ, ਇਹ ਪਾਪ ਨਾ ਕਰੋ। ਬਾਣੀ ਗੁਰੂ
ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਕੋਈ ਗੁਰਬਾਣੀ ਦਾ ਸ਼ਬਦ ਐਸਾ ਨਹੀਂ ਜਿਹੜਾ ਤੁਹਾਨੂੰ ਦੁੱਖ ਦੇਵੇ, ਸਾਰੇ ਹੀ ਸੁੱਖ ਦੇਣ ਵਾਲੇ ਨੇ। ਗੁਰਬਾਣੀ ਪੜਿਆ ਕਦੇ ਕਿਸੇ ਨੂੰ ਦੁੱਖ ਨਹੀਂ ਜੇ ਹੁੰਦਾ, ਇਹ ਚੇਤਾ ਰੱਖਣਾ। ਇਸ ਕਰਕੇ ਜਿਹੜਾ ਮਰਜ਼ੀ ਸ਼ਬਦ ਪੜੋ, ਪੜੋ ਜ਼ਰੂਰ, ਥੋੜਾ ਪੜੋ ਬਹੁਤਾ ਪੜੋ, ਗੁਰਬਾਣੀ ਜ਼ਰੂਰ ਪੜੋ। ਜਿਹੜਾ ਵਿਅਕਤੀ ਵੀ ਬਾਣੀ ਪੜੇਗਾ ਉਹਦਾ ਭਲਾ ਹੋਏਗਾ, ਉਹਨੂੰ ਸੁੱਖ ਮਿਲੇਗਾ, ਉਹਦੇ ਦੁੱਖ ਘਟਣਗੇ, ਸੱਚੇ ਪਾਤਸ਼ਾਹ ਉਹਦੇ ਅੰਗ ਸੰਗ ਹੋਣਗੇ। ਹਾਂਜੀ। ਆਪਣੇ ਧਰਮ ਬਿਖੈ ਕੋ ਨਾਹੀ, ਸੁਣ ਗੁਰ ਤ੍ਰਿਤੀਆ ਪੌੜੀ ਪ੍ਰਾਹੀ। ਪੰਡਤ ਕਹਿਣ ਲੱਗਾ ਜੀ ਮੈਨੂੰ ਸਮਝਾ ਦਿਓ, ਕੌਣ ਆਪਣੇ ਧਰਮ ਦੇ ਵਿੱਚ ਪੱਕਾ ਹੈ? ਕੀ ਕਾਜੀ ਕੀ ਮੁਲਾਣੇ ਸਭ ਪੈਸੇ ਇਕੱਠੇ ਕਰਨ ਤੇ ਲੱਗੇ ਹੋਏ ਨੇ, ਕੀ ਪੰਡਤ ਕੀ ਪੁਜਾਰੀ ਕੀ ਮੌਲਵੀ ਸਭ ਪੈਸੇ ਇਕੱਠੇ ਕਰਨ ਤੇ ਲੱਗੇ ਹੋਏ ਨੇ। ਤਾਂ ਸੱਚੇ ਪਾਤਸ਼ਾਹ ਨੇ ਉਸੇ ਸ਼ਬਦ ਦੀ ਤੀਜੀ ਪੌੜੀ ਉਚਾਰੀ ਹੈ। ਹਾਂਜੀ। ਖੱਤਰੀਆਂ ਤਾਂ ਧਰਮ ਛੋੜਿਆ, ਮਲੇਛ ਭਾਖਿਆ ਗਹੀ। ਸਤਿਗੁਰੂ ਕਹਿਣ ਲੱਗੇ ਹਾਂ ਭਾਈ ਪੰਡਤ ਇਹ ਗੱਲ ਤੇਰੀ ਠੀਕ ਹੈ, ਖੱਤਰੀਆਂ ਨੇ ਵੀ ਆਪਣਾ ਧਰਮ ਛੱਡ ਦਿੱਤਾ। ਮਲੇਛ ਭਾਖਿਆ, ਮਲੇਛ ਭਾਖਿਆ ਕੀ ਹੈ? ਉਹਨਾਂ ਨੇ ਅਰਬੀ ਫਾਰਸੀ ਪੜ੍ਹਨੀ ਸ਼ੁਰੂ ਕਰ ਦਿੱਤੀ, ਬੋਲਣੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੀ ਆਪਣੀ ਭਾਸ਼ਾ ਕੀ ਸੀ? ਆਪਣੀ ਸੰਸਕ੍ਰਿਤ ਸੀ। ਜਿਵੇਂ ਹੁਣ ਆਪਣੀ ਹੈ, ਆਪਣੀ ਗੁਰਮੁਖੀ ਹੈ, ਪੰਜਾਬੀ ਆਪਾਂ ਛੱਡ ਦਿੱਤੀ ਹੈ। ਆਪਾਂ ਕਿਉਂ ਅੰਗਰੇਜ਼ੀ ਮਗਰ ਤੁਰ ਪਏ? ਕਿਉਂਕਿ ਇਹਦੇ ਤੋਂ ਬਿਨਾਂ ਚੰਗੀਆਂ ਜੌਬਾਂ ਨਹੀਂ ਮਿਲਣਗੀਆਂ, ਚੰਗੇ ਕਾਰੋਬਾਰ ਨਹੀਂ ਮਿਲਣਗੇ, ਉਹਦੇ ਨਾਲ ਕੀ ਹੈ ਚੰਗੇ ਪੈਸੇ ਨਹੀਂ ਆਉਣਗੇ। ਪਰ ਆਪਾਂ ਕੀ ਸੋਚਦੇ ਵੀ ਜਿਹੜੇ ਸਾਡੇ ਬਜ਼ੁਰਗ ਜਿਨ੍ਹਾਂ ਨੂੰ ਊੜਾ ਐੜਾ ਵੀ ਨਹੀਂ ਸੀ ਆਉਂਦਾ, ਕਿ ਉਹ ਭੁੱਖੇ ਮਰ ਗਏ, ਕਿ ਉਹ ਨਰਕਾਂ ਨੂੰ ਚਲੇ ਗਏ, ਕਿ ਉਹਨਾਂ ਨੇ ਦੁਨੀਆ ਤੇ ਬੜੇ ਹੀ ਦੁੱਖ ਭੋਗੇ। ਆਮ ਆਦਮੀ ਦੀ ਉਮਰ 100 ਸਾਲ ਸੀ, ਅੱਜ ਜਦੋਂ ਦੀ ਅੰਗਰੇਜ਼ੀ ਸਿੱਖੀ ਉਮਰ 65 ਸਾਲ ਹੋ ਗਈ ਹੈ। ਇਹ ਮੈਂ ਅੰਗਰੇਜ਼ੀ ਦੀ ਵਿਰੋਧਤਾ ਨਹੀਂ ਕਰਦਾ, ਇਹਦਾ ਅਰਥ ਇਹ ਨਹੀਂ ਕਿ ਅੰਗਰੇਜ਼ੀ ਪੜ੍ਹਨੀ ਕੋਈ ਗੁਨਾਹ ਹੈ। ਸਿੱਖ ਧਰਮ ਦੇ ਵਿੱਚ ਕਿਸੇ ਭਾਸ਼ਾ ਦਾ ਕੋਈ ਵਿਰੋਧ ਨਹੀਂ ਹੈ, ਪਰ ਅਸੀਂ ਕਿਉਂ ਤੁਰ ਪਏ ਇਸ ਪਾਸੇ? ਕਿਉਂਕਿ ਅਸੀਂ ਤੁਰੇ ਆ ਪੈਸੇ ਕਰਕੇ, ਕਿ ਉਹ ਕਿਹੜੀ ਲੈਂਗੁਏਜ ਹੈ, ਕਿਹੜੀ ਭਾਸ਼ਾ ਹੈ, ਉਹ ਕਿਹੜੀ ਜੁਗਤੀ ਹੈ ਜਿਹਦੇ ਨਾਲ ਵੱਧ ਤੋਂ ਵੱਧ ਧਨ ਕਮਾਇਆ ਜਾ ਸਕਦਾ ਹੈ, ਵੱਧ ਤੋਂ ਵੱਧ ਦੁਨੀਆ ਨੂੰ ਆਪਣੀ ਮੁੱਠੀ ਵਿੱਚ ਕੀਤਾ ਜਾ ਸਕਦਾ ਹੈ। ਔਰ ਇਸ ਲਾਲਚ ਵਿੱਚ ਇੱਥੋਂ ਤੱਕ ਚਲੇ ਗਏ ਕਿ ਅਸੀਂ ਜਪਜੀ ਪੜ੍ਹਨ ਜੋਗੇ ਵੀ ਨਾ ਰਹੇ, ਪੰਜਾਬੀ ਆਉਂਦੀ ਨਹੀਂ। ABC ਸਿੱਖਣੀ ਮਾੜੀ ਨਹੀਂ, ਪਰ ਘੱਟੋ ਘੱਟ ਊੜਾ ਐੜਾ ਤੇ ਸਿੱਖ ਲਓ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਨ ਜੋਗੇ ਤੇ ਰਹੋ। ਜੇ ਪੈਸੇ ਨਾਲ ਸਾਰੇ ਸੁੱਖ ਮਿਲਦੇ ਹੁੰਦੇ ਤਾਂ ਫਿਰ ਭਾਈ ਧਰਮ ਨੂੰ ਕਿਸੇ ਨਹੀਂ ਸੀ ਮੰਨਣਾ। ਪੈਸੇ ਦੀ ਆਪਣੀ ਕੀਮਤ ਹੈ ਤੇ ਧਰਮ ਦੀ ਆਪਣੀ ਕੀਮਤ ਹੈ। ਇਹਨਾਂ ਦੋਨਾਂ ਦੀ ਕੁਸ਼ਤੀ ਵੀ ਨਹੀਂ ਕਰਾਉਣ ਦੀ ਲੋੜ ਕਿ ਰੋਜ਼ ਸਵੇਰੇ ਉੱਠ ਕੇ ਦੋਵਾਂ ਦੀ ਕੁਸ਼ਤੀ ਕਰਾਓ ਜੀ ਪੈਸਾ ਵੱਡਾ ਹੈ ਕਿ ਰੱਬ ਵੱਡਾ ਹੈ। ਪੈਸਾ ਆਪਣੀ ਜਗ੍ਹਾ ਹੈ, ਰੱਬ ਆਪਣੀ ਜਗ੍ਹਾ ਹੈ। ਰੱਬ ਨੇ ਕਦੋਂ ਪੈਸੇ ਦਾ ਵਿਰੋਧ ਕੀਤਾ? ਰੱਬ ਨੇ ਤੇ ਪੈਸਾ ਪੈਦਾ ਕੀਤਾ। ਮਾਇਆ ਕਿਹਨੇ ਪੈਦਾ ਕੀਤੀ ਹੈ? ਇਹ ਸ਼ਬਦ ਜਿਹੜਾ ਹੈ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿਠੋ ਚਾਓ। ਇਹ ਕੁਦਰਤ ਬਣਾਈ ਕਿੰਨੇ ਹੈ? ਰੱਬ ਨੇ। ਤੇ ਰੱਬ ਕੁਦਰਤ ਦਾ ਵਿਰੋਧੀ ਕਿਵੇਂ ਹੋ ਸਕਦਾ ਹੈ? ਆ ਹੁਣ ਵੀ ਇੱਕ ਬੱਚਾ ਮੇਰੇ ਕੋਲ ਆਇਆ ਸੀ, ਗਿਆਨੀ ਜੀ ਲੁੱਟੇ ਗਏ ਜੀ, ਮਾਰੇ ਗਏ ਜੀ, ਇੰਨਾ ਜੀ ਮੈਂ ਮਾੜਾ ਸਮਾਂ ਆਪਣੀ ਜ਼ਿੰਦਗੀ 'ਚ ਨਹੀਂ ਵੇਖਿਆ। ਮੈਂ ਕਿਹਾ ਤੇਰੀ ਉਮਰ ਕਿੰਨੀ ਹੈ? ਕਹਿੰਦਾ ਜੀ 28 ਸਾਲ। ਮੈਂ ਕਿਹਾ ਤੂੰ ਤੇ ਐਂ ਦੱਸਿਆ ਮੈਨੂੰ ਜਿਵੇਂ ਤੇਰੀ ਉਮਰ 150 ਸਾਲ ਹੋਵੇ। ਵੀ ਕਾਕਾ ਤੂੰ ਕੱਲ ਜੰਮਿਆ ਤੇ ਤੂੰ ਆ ਦੋ ਮੁਸੀਬਤਾਂ ਵੇਖ ਕੇ ਤੂੰ ਕਹਿੰਦਾ ਜੀ ਇਹ ਤੂੰ ਮਾੜਾ ਸਮਾਂ ਹੀ ਨਹੀਂ ਹੋਇਆ। ਕਿਸੇ 100 ਸਾਲ ਦੇ ਬਜ਼ੁਰਗ ਨੂੰ ਪੁੱਛ, ਉਹਨਾਂ ਨੇ ਕਿੰਨੇ ਕਾਲ ਵੇਖੇ ਨੇ, ਕਿੰਨੀਆਂ ਵਰਲਡ ਵਾਰਾਂ ਵੇਖੀਆਂ ਨੇ, ਕਿੰਨੀ ਵਾਰੀ ਧਰਤੀ ਤੇ ਪਰਲੋ ਆਉਂਦੀ ਵੇਖੀ ਹੈ। ਇਹ ਜ਼ਿੰਦਗੀ ਦਾ ਪਾਰਟ ਹੈ, ਇਹ ਜ਼ਿੰਦਗੀ ਦਾ ਹਿੱਸਾ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ, ਮੈਂ ਜਦੋਂ ਨਵੀਂ ਕਾਰ ਲਈ ਨਾ ਤੇ ਸੜਕ ਤੇ ਜਾਂਦੇ ਆ ਕਾਰ ਲੱਗ ਜਾਣੀ, ਅਮੂਮਨ ਹੁੰਦਾ ਇਹ ਸੀਗਾ ਕਿ ਮੇਰੇ ਤੋਂ ਨਹੀਂ ਸੀ ਲੱਗਦੀ ਦੂਜੇ ਤੋਂ ਹੀ ਸੀ। ਗੁੱਸਾ ਕਰਨਾ, ਕਈ ਵਾਰੀ ਇੰਨਾ ਵੀ ਮਨ ਤੈਸ਼ ਵਿੱਚ ਆ ਜਾਣਾ ਵੀ ਲੜਨ ਤੱਕ ਚਲੇ ਜਾਣਾ।
ਮੈਨੂੰ ਇੱਕ ਸੱਜਣ ਨੇ ਬਿਠਾ ਕੇ ਗੱਲ ਸਮਝਾਈ, ਕਹਿੰਦਾ ਗਿਆਨੀ ਜੀ ਸੜਕ ਤੇ ਰਹੋਗੇ ਤੇ ਗੱਡੀ ਤਾਂ ਲੱਗੇਗੀ, ਲੜਨਾ ਮਰਨਾ ਇਹ ਤੁਹਾਡੀ ਮਰਜ਼ੀ ਹੈ। ਹਾਂ ਇਹਦੇ ਦੋ ਹੀ ਹੱਲ ਨੇ। ਮੈਂ ਕਿਹਾ ਕੀ ਕਹਿੰਦਾ? ਪਹਿਲਾ ਤੇ ਇਹ ਹੈ ਵੀ ਆਪਣੇ ਘਰੇ ਹੀ ਰਿਹਾ ਕਰੋ, ਬਿਨਾਂ ਤੁਹਾਡੇ 'ਚ ਗੱਡੀ ਕਿਸੇ ਦੀ ਵਜੇ ਨਾ ਤੁਹਾਡੀ ਵਜੇ ਨਾ ਕਿਸੇ ਦੀ ਤੁਹਾਡੇ 'ਚ ਵਜੇ। ਵੀ ਰੋਡ ਤੇ ਜਾਓਗੇ, ਦੁਨੀਆ ਵਿੱਚ ਵਿਚਰੋਗੇ ਤੇ ਉਤਰਾ ਚੜਾਏ। ਹੁਣ ਤੁਸੀਂ ਵਪਾਰ ਕਰਦੇ ਹੋ ਤੇ ਕੱਲਾ ਨਫਾ ਤਾਂ ਨਹੀਂ ਹੈ ਵਪਾਰ ਦੇ ਵਿੱਚ, ਘਾਟਾ ਵੀ ਹੈ। ਘਾਟਾ ਤੇ ਨਫਾ ਇਹ ਵਪਾਰ ਦੇ ਦੋ ਪਹੀਏ ਨੇ। ਇਹ ਵਪਾਰ ਇਦਾਂ ਹੀ ਚੱਲਣਾ ਹੈ। ਪਰ 24 ਘੰਟੇ ਤੁਸੀਂ ਕਹੋਗੇ ਜਦੋਂ ਘਾਟਾ ਪਏਗਾ ਮੈਂ ਮਰ ਜਾਗਾ, ਤੇ ਭਾਈ ਜਦੋਂ ਮਰਜ਼ੀ ਮਰ ਜਾਓ। ਤੇ ਜੇ ਇਹ ਸੋਚ ਲਓ ਵੀ ਭਾਈ ਇਸੇ ਚੋਂ ਹੀ ਕਮਾਇਆ ਸੀ, ਜੇ ਘਾਟਾ ਪੈ ਗਿਆ ਤੇ ਇਸੇ ਚੋਂ ਹੀ ਪੂਰਾ ਕਰ ਲਾਂਗੇ। ਮੈਂ ਤੇ ਕਈ ਵਾਰੀ ਇੱਕ ਹਾਸੇ ਦੀ ਗੱਲ ਬੜੀ ਵਾਰੀ ਸੁਣਾਈ ਹੈ। ਕੋਈ ਬੰਦਾ ਰਿਸ਼ਵਤ ਲੈਂਦਾ ਫੜਿਆ ਗਿਆ, ਤਾਂ ਕਿਸੇ ਨੇ ਬੜੇ ਸੀਰੀਅਸ ਹੋ ਕੇ ਕਿਹਾ, ਕਹਿੰਦਾ ਓਏ ਪਤਾ ਲੱਗਾ ਤੂੰ ਰਿਸ਼ਵਤ ਲੈਂਦਾ ਫੜਿਆ ਗਿਆ ਹੈ, ਹੁਣ ਕੀ ਹੋਏਗਾ? ਕਹਿੰਦਾ ਕੁਝ ਨਹੀਂ। ਕਹਿੰਦਾ ਕਿਉਂ? ਕਹਿੰਦਾ ਦੇ ਕੇ ਛੁੱਟ ਜਾਾਂਗੇ। ਪਰ ਗੱਲ ਤੇ ਠੀਕ ਹੈ ਵੀ ਜੇ ਜਿੱਥੇ ਰਿਸ਼ਵਤ ਲਈ ਜਾ ਸਕਦੀ ਹੈ ਉੱਥੇ ਦੇਣ ਦਾ ਪ੍ਰੋਵੀਜ਼ਨ ਵੀ ਤੇ ਹੋਏਗਾ ਨਾ। ਇਹਦਾ ਮਤਲਬ ਉਹ ਸਿਸਟਮ ਦੇ ਵਿੱਚ ਹੀ ਗੁਨਾਹ ਹੈ, ਉਹ ਸਿਸਟਮ ਦੇ ਵਿੱਚ ਫਾਲਟ ਹੈ। ਜਿੱਥੇ ਘਾਟੇ ਨੇ ਉੱਥੇ ਨਫੇ ਵੀ ਨੇ, ਜਿੱਥੇ ਦੁੱਖ ਨੇ ਉੱਥੇ ਸੁੱਖ ਵੀ ਨੇ, ਜਿੱਥੇ ਅਮੀਰੀ ਹੈ ਚੇਤਾ ਰੱਖਣਾ ਉੱਥੇ ਗਰੀਬੀ ਵੀ ਹੈ। ਇਹ ਬੜੀ ਸਿਆਣੀ ਗੱਲ ਕਿਸੇ ਨੇ ਕਹੀ ਹੈ ਕਿ ਅਮੀਰ ਆਦਮੀ ਜਿੰਨਾ ਉੱਚਾ ਮਕਾਨ ਬਣਾਵੇਗਾ, ਚੇਤਾ ਰੱਖੀ ਗਰੀਬ ਦੀ ਝੁੱਗੀ ਉਨੀ ਨੇੜੇ ਨਜ਼ਰ ਆਏਗੀ ਤੈਨੂੰ। ਜਿੰਨੇ ਆਪਣੇ ਉੱਚੇ ਮਕਾਨ ਤੇ ਖਲੋ ਕੇ ਵੇਖੇਗਾ, ਉਹਨਾਂ ਗਰੀਬ ਦਾ ਘਰ ਤੈਨੂੰ ਆਪਣੇ ਘਰ ਦੇ ਨੇੜੇ ਨਜ਼ਰ ਆਏਗਾ। ਇਸ ਕਰਕੇ ਇਹਨੂੰ ਜੀਵਨ ਨੂੰ ਸਮਝਣ ਦੀ ਲੋੜ ਹੈ। ਸਤਿਗੁਰੂ ਜੀ ਨੇ ਫਿਰ ਉਪਦੇਸ਼ ਦਿੱਤਾ। ਸਤਿਗੁਰੂ ਕਹਿੰਦੇ ਵੀ ਗੱਲ ਤਾਂ ਠੀਕ ਹੈ, ਖੱਤਰੀਆਂ ਨੇ ਆਪਣਾ ਧਰਮ ਛੱਡ ਦਿੱਤਾ। ਬ੍ਰਾਹਮਣ ਦਾ ਇੱਕ ਆਪਣਾ ਧਰਮ ਸੀ, ਖੱਤਰੀ ਦਾ ਆਪਣਾ ਸੀ, ਵੈਸ਼ ਦਾ ਆਪਣਾ ਸੀ, ਸ਼ੂਦਰ ਦਾ ਆਪਣਾ ਸੀ। ਪਰ ਸਾਰਿਆਂ ਨੇ ਕੀ ਕੀਤਾ? ਮਲੇਸ਼ ਭਾਖਿਆ ਗਹੀ। ਮੁਗਲਾਂ ਦਾ ਰਾਜ ਆ ਗਿਆ ਤੇ ਸਾਰੇ ਹੀ ਉਧਰ ਤੁਰ ਪਏ ਵੀ ਚਲੋ ਭਾਈ ਆਪਣਾ ਟਾਈਮ ਪਾਸ ਕਰੋ, ਆਪਣੀ ਰੋਟੀ ਰੋਜੀ ਖਾਓ। ਹਾਂਜੀ। श्रेष्ठ सब एक वर्ण होई, धर्म की गत रही। ਹੁਣ ਵਰਨ ਇੱਕ ਹੋ ਗਿਆ ਤੇ ਧਰਮ ਖਤਮ ਹੋ ਗਿਆ, ਨਹੀਂ ਤੇ 4 ਵਰਨ ਸੀ। ਮੁਗਲਾਂ ਦੇ ਰਾਜ ਦੇ ਵਿੱਚ ਇੱਕੋ ਹੀ ਵਰਨ ਹੋ ਗਿਆ, ਸਾਰੇ ਲੋਕ ਇੱਕੋ ਜਿਹੇ ਹੋ ਗਏ। ਉਹ ਕੀ ਕਰਦੇ ਸੀ ਫਿਰ? ਨੀਲ ਬਸਤਰ ਪਹਿਰ ਹੋਵੇਂ ਪ੍ਰਵਾਨ। ਕਦੇ ਆਸਾ ਦੀ ਵਾਰ ਇਦਾਂ ਸੁਣੀ ਹੈ? ਮਲੇਸ਼ ਧਾਨ ਲੈ ਪੂਜੈ ਪ੍ਰਾਣ। ਮੁਗਲਾਂ ਦੇ ਘਰਾਂ ਚੋਂ ਪੈਸੇ ਲਿਆਉਣੇ ਤੇ ਘਰ ਅੰਦਰ ਵੜ ਕੇ ਪੁਰਾਣਾਂ ਦੀ, ਸਿਮਰਤੀਆਂ ਦੀ, ਵੇਦਾਂ ਦੀ, ਸ਼ਾਸਤਰਾਂ ਦੀ ਪੂਜਾ ਕਰਨੀ। ਪਰ ਜਦੋਂ ਬਾਹਰ ਜਾਣਾ ਤੇ ਨੀਲੇ ਕੱਪੜੇ ਪਾ ਲੈਣੇ, ਕਾਜ਼ੀਆਂ ਮੌਲਵੀਆਂ ਵਾਲੇ। ਨੀਲ ਬਸਤਰ ਪਹਿਰ ਹੋਵੇਂ ਪ੍ਰਵਾਨ, ਮਲੇਸ਼ ਧਾਨ ਲੈ ਪੂਜੈ ਪ੍ਰਾਣ। ਅਪਾਖਿਆ ਕਾ ਕੁੱਠਾ ਬੱਕਰਾ ਖਾਣਾ। ਜਦੋਂ ਕਿਸੇ ਮੁਗਲ ਹਾਕਮ ਦੇ ਘਰ ਜਾਣਾ ਤੇ ਮਾਸ ਵੀ ਖਾ ਲੈਣਾ। ਕਿਹੜਾ? ਜਿਹਦੇ ਤੇ ਕਲਮਾ ਪੜਿਆ ਹੋਇਆ ਹੈ। ਤੇ ਜਦੋਂ ਜਾਣਾ ਹਿੰਦੂਆਂ ਦੇ ਘਰ ਤੇ ਚੌਂਕੇ ਉੱਪਰ ਕਿਸੇ ਨਾ ਜਾਣਾ। ਉੱਥੇ ਕਹਿਣਾ ਜੀ ਇਹ ਚੌਂਕਾ ਸੁੱਚਾ ਨਹੀਂ ਹੈ ਜੀ, ਗੋਬਰ ਲਿਆਓ ਜੀ, ਲੀਕਾਂ ਕੱਢੋ ਜੀ। ਤੇ ਪੁੱਛੋ ਪੰਡਤ ਜੀ, ਜਦੋਂ ਕਿਸੇ ਹਾਕਮ ਦੇ ਘਰ ਜਾਣੇ ਹੋ ਉੱਥੇ ਤੇ ਬੜੀ ਛੇਤੀ ਤੁਸੀਂ ਸੰਖੀਆਂ ਵੀ ਖਾ ਲੈਂਦੇ ਹੋ, ਤਰੀ ਵੀ ਪੀ ਲੈਂਦੇ ਹੋ, ਕਲਮਾ ਪੜਿਆ ਬੱਕਰਾ ਵੀ ਖਾ ਲੈਂਦੇ ਹੋ। ਗਰੀਬ ਹਿੰਦੂ ਦੇ ਘਰ ਆਏ ਤੇ ਕਾਰਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਅਪਾਖਿਆ ਕਾ ਕੁੱਠਾ ਬੱਕਰਾ ਖਾਣਾ। ਅਪਾਖਿਆ ਕਹਿੰਦੇ ਨੇ ਕਲਮਾ ਪੜਿਆ ਹੋਇਆ। ਤੇ ਚੌਂਕੇ ਉੱਪਰ ਕਿਸੇ ਨਾ ਜਾਣਾ ਤੇ ਦੇ ਕੇ ਚੌਂਕਾ ਕੱਢੀ ਕਾਰ। ਤੇ ਜਦੋਂ ਹਿੰਦੂਆਂ ਦੇ ਘਰ ਕੋਈ ਮੰਤਰ ਵੇਦ ਪੜ੍ਹਨੇ ਤੇ ਉੱਥੇ ਕਹਿਣਾ ਜੀ ਇਹ ਜੀ ਚੌਂਕਾ ਸੁੱਚਾ ਹੋ ਗਿਆ ਜੀ, ਹੁਣ ਇੱਥੇ ਕੋਈ ਨਹੀਂ ਆਏਗਾ ਜੀ। ਫਿਰ ਕਹਿਣਾ ਵੀ ਨਾ ਇਸ ਚੌਂਕੇ ਤੇ ਕੋਈ ਪੈਰ ਨਾ ਪਾਇਓ ਜੇ। ਮਤ ਪਿੱਟੈ ਵੇ ਮਤ ਪਿੱਟੈ, ਇਹ ਤਨ ਅਸਾਡਾ ਫਿੱਟੈ। ਤਨ ਫਿੱਟੈ ਫੇੜ ਕਰੇਨ ਤੇ ਮਨ ਝੂਠੇ ਚੁਲੀ ਭਰੇਣ। ਸਤਿਗੁਰੂ ਕਹਿੰਦੇ ਚੁਲੀਆਂ ਭਰਨ ਵਾਲਿਓ, ਆਪਣੇ ਮਨ ਨੂੰ ਪਤਾ ਕਰੋ ਵੀ ਤੁਹਾਡਾ ਆਪਣਾ ਮਨ ਝੂਠਾ ਕਿੰਨਾ ਹੈ। ਬਾਹਰ ਦੇ ਹੱਥ ਧੋਤੇ ਕੀ ਕਰਨਗੇ? ਬਾਹਰ ਦੀਆਂ ਕਾਰਾਂ ਕੱਢੀਆਂ ਤੁਹਾਡੀਆਂ ਕੀ ਕਰਨਗੀਆਂ? ਹਾਂਜੀ। कली काल में छुट गयो धर्म,
ਖੱਤਰੀ ਜਜ ਸਭ ਕਰਤ ਕੁਕਰਮ। ਕਲੀ ਕਾਲ ਦਾ ਸਮਾਂ ਆ ਗਿਆ, ਸਭ ਲੋਕਾਂ ਨੇ ਆਪਣਾ ਧਰਮ ਛੱਡ ਦਿੱਤਾ। ਕੀ ਖੱਤਰੀ ਕੀ ਪੰਡਤ ਸਾਰੇ ਕੁਕਰਮ ਦੇ ਵਿੱਚ ਪ੍ਰਵਿਰਤ ਹੋ ਗਏ। ਹਾਂਜੀ, ਇਨ ਦੋਨੋਂ ਬਹੁ ਗਹਿਲਿਓ ਪਾਪਾ, ਪ੍ਰਿਸ਼ਟ ਹੋਏ ਛੋੜਾ ਧਮ ਆਪਾ। ਇਹਨਾਂ ਦੋਵਾਂ ਨੇ ਪਾਪਾਂ ਦੇ ਵਿੱਚ ਆਪਣੇ ਆਪ ਨੂੰ ਲਿਪਤ ਕਰ ਲਿਆ, ਆਪਣਾ ਧਰਮ ਛੱਡ ਦਿੱਤਾ, ਭ੍ਰਿਸ਼ਟ ਹੋ ਗਏ। ਭ੍ਰਿਸ਼ਟ ਜਿਹੜਾ ਹੁੰਦਾ ਹੈ ਨਾ ਬੰਦਾ, ਇਹ ਨਹੀਂ ਵੀ ਗੰਦੇ ਨਾਲੇ 'ਚ ਡਿੱਗ ਪਿਆ ਕੋਈ ਪੰਡਤ ਤੇ ਭ੍ਰਿਸ਼ਟ ਹੋ ਗਿਆ ਨਾ। ਭ੍ਰਿਸ਼ਟ ਹੁੰਦਾ ਹੈ ਜਦੋਂ ਤੁਸੀਂ ਪਾਪਾਂ ਵਿੱਚ ਲਿਪਤ ਹੁੰਨੇ ਹੋ। ਮੈਲੇ ਨਾਲ ਬੰਦਾ, ਜਿਵੇਂ ਹੁਣ ਕਿਸੇ ਨੂੰ ਪਸੀਨਾ ਆ ਗਿਆ ਤਾਂ ਆਪਾਂ ਕਹੀਏ ਜੀ ਤੇ ਭ੍ਰਿਸ਼ਟ ਹੋ ਗਿਆ ਜੀ। ਕਿਸੇ ਬੰਦੇ ਦੇ ਕੱਪੜਿਆਂ ਨੂੰ, ਪੈਰਾਂ ਨੂੰ, ਹੱਥਾਂ ਨੂੰ ਮਲ ਮੂਤਰ ਵਿਸ਼ਟਾ ਲੱਗ ਗਈ, ਆਪਾਂ ਕਹੀਏ ਜੀ ਭ੍ਰਿਸ਼ਟ ਹੋ ਗਿਆ ਜੀ। ਨਹੀਂ, ਪਾਣੀ ਨਾਲ ਸਾਬਣ ਨਾਲ ਨਹਾਏਗਾ ਹੁਣੇ ਠੀਕ ਹੋ ਜਾਏਗਾ। ਪਰ ਜਿਹੜਾ ਵਿਅਕਤੀ ਧਰਮ ਤੋਂ ਡਿੱਗ ਜਾਏ ਉਹਨੂੰ ਕਹਿੰਦੇ ਨੇ ਭ੍ਰਿਸ਼ਟ ਹੋਇਆ। ਜਿਹਨੂੰ ਸਾਬਣ ਨਾਲ ਨਾ ਧੋਤਾ ਜਾ ਸਕਦਾ, ਨਾ ਪਾਣੀ ਨਾਲ ਨਵਾਇਆ ਜਾ ਸਕਦਾ। ਹਾਂਜੀ, ਤਨ ਜਾ ਕੋ ਤਨ ਲੈ ਕਰ ਖਾਹੀ, ਪਰਤੇ ਅਸੋਂ ਬੇਵਿਚਾਰ ਕਮਾਹੀ। ਹੁਣ ਕੀ ਕਰਦੇ ਨੇ, ਤਨਜਾ ਕੋ ਧਨ ਲੇਕਰ ਖਾਹੀ, ਧੀਆਂ ਦੇ ਪੈਸੇ ਖਾਣੇ ਸ਼ੁਰੂ ਕਰ ਦਿੱਤੇ। ਕੀ ਤੁਸੀਂ ਮੰਨਦੇ ਹੋ ਲੋਕ ਧੀਆਂ ਵੇਚਦੇ ਨੇ? ਤੁਸੀਂ ਕਹੋਗੇ ਜੀ ਅਸੀਂ ਤੇ ਨਹੀਂ ਸੁਣਿਆ। ਨਹੀਂ, ਹੁਣ ਧੀ ਨੂੰ ਵੇਚਣ ਦਾ ਤਰੀਕਾ ਹੋਰ ਹੈ। ਕਦੇ ਧੀ ਨੂੰ ਪੁੱਛਿਆ ਕਿ ਧੀਏ ਤੇਰੀ ਉਮਰ 22 ਸਾਲ ਹੈ, ਆ 45 ਸਾਲ ਦਾ ਬੁੱਢਾ ਅਮਰੀਕਾ ਤੋਂ ਆਇਆ, ਇਹਦੇ ਨਾਲ ਅਸੀਂ ਤੈਨੂੰ ਵਿਆਹਣ ਲੱਗੇ ਆ। ਪਤਾ ਕਿਉਂ ਵਿਆਹਣ ਲੱਗੇ ਆ? ਇਹ ਕੁੜੀ ਜਾਏਗੀ, ਇਹ ਪੱਕੀ ਹੋਏਗੀ, ਫਿਰ ਬਾਕੀ ਭਰਾਵਾਂ ਨੂੰ ਲੈ ਜਾਏਗੀ। ਤੇ ਧੀ ਵੇਚੀ ਨਹੀਂ ਤੇ ਹੋਰ ਕੀ ਕੀਤਾ? ਹੋਰ ਧੀ ਕਿੱਦਾਂ ਵੇਚੀ ਦੀ ਹੈ? ਪੁਰਾਣੇ ਲੋਕਾਂ ਦੇ ਕੋਲ, ਪੁਰਾਣੇ ਵੀ ਲੋਕ ਵੀ ਧੀਆਂ ਵੇਚਦੇ ਸੀ, ਪਰ ਉਦੋਂ ਮਾਰਕੀਟ ਏਡੀ ਵਧੀਆ ਨਹੀਂ ਸੀ। ਉਦੋਂ 1000 2000 4000 ਚ ਧੀ ਵੇਚ ਦਿੰਦੇ ਸੀ ਲੋਕ। ਹੁਣ ਫਿਰ ਉਹ ਅਮਰੀਕਾ ਕੈਨੇਡਾ ਦੇ ਪਾਸਪੋਰਟ ਚਾਹੀਦੇ ਨੇ, ਵੀਜ਼ੇ ਚਾਹੀਦੇ ਨੇ, ਗ੍ਰੀਨ ਕਾਰਡ ਚਾਹੀਦੇ ਨੇ। ਨਹੀਂ ਤੇ ਇਦਾਂ ਹੋ ਸਕਦਾ ਸੀ ਵੀ 45 50 ਸਾਲ ਦਾ ਬੁੱਢਾ ਆਵੇ ਤੇ ਪੰਜਾਬ ਤੋਂ 18 20 ਸਾਲ ਦੀ ਧੀ ਵਿਆਹ ਕੇ ਲੈ ਜਾਵੇ। ਸਤਿਗੁਰੂ ਕਹਿੰਦੇ ਨੇ ਧਰਮ ਇਵੇਂ ਡੁੱਬਿਆ, ਤਨਜਾ ਕੋ ਧਨ ਲੇਕਰ ਖਾਹੀ। ਅੱਜ ਬੜੇ ਸਾਰੇ ਲੋਕ ਐਸੇ ਨੇ, ਧੀ ਦਾ ਵਿਆਹ ਨਹੀਂ ਜੇ ਕਰਦੇ, ਜੇ ਉਹਦੀ ਨੌਕਰੀ ਠੀਕ ਲੱਗ ਜਾਏ ਤਾਂ ਕਹਿੰਦੇ 4 ਪੈਸੇ ਕਮਾ ਕੇ ਲਿਆਉਂਦੀ ਹੈ। ਲਾਲਚ। ਤੇ ਜਦੋਂ ਜਾਗ ਆਉਂਦੀ ਹੈ ਉਦੋਂ ਤੱਕ ਬੱਚੀ ਦੀ ਉਮਰ 35 ਸਾਲ ਟੱਪ ਜਾਂਦੀ ਹੈ। ਫਿਰ ਲੋਕਾਂ ਨੂੰ ਕਹਿਣਗੇ ਜੀ ਸਾਡੀ ਧੀ ਦਾ ਰਿਸ਼ਤਾ ਕਰਾ ਦਿਓ। ਤੇ ਜਦੋਂ ਭਾਈ ਬੱਚੀ 25 26 27 ਸਾਲ ਦੀ ਸੀ, ਤੁਸੀਂ ਕਿਉਂ ਨਹੀਂ ਕੀਤਾ? ਕੀ ਤੁਹਾਡਾ ਧਰਮ ਨਹੀਂ ਸੀਗਾ ਧੀ ਆਪਣੇ ਘਰ ਜਾਵੇ? ਸਤਿਗੁਰੂ ਕਹਿੰਦੇ ਅਸੀਂ ਪਰ ਧਰੀਏ ਸਿਉ ਵਿਚਾਰ ਕਮਾਹੀ। ਹਰ ਬੰਦੇ ਨੇ ਆਪਣਾ ਧਰਮ ਛੱਡ ਦਿੱਤਾ, ਆਪਣਾ ਆਚਰਣ ਛੱਡ ਦਿੱਤਾ। ਹਾਂਜੀ, ਆਪਣੋ ਪੜਨਾ ਦੀਨੋ ਤਿਆਗੇ, ਪੜਨ ਮਲੇ ਛਨ ਪਾਖਾ ਲਾਗੇ। ਆਪਣੀ ਪੜ੍ਹਾਈ ਕਿਉਂ ਛੱਡੀ ਤੁਸੀਂ? ਤੁਸੀਂ ਆਪਣੀ ਜਿਹੜੀ ਮਾਂ ਬੋਲੀ ਹੈ ਉਹਦੇ ਤੋਂ ਬਿਨਾ ਅਗਰ ਤੁਸੀਂ, ਜਿਵੇਂ ਹੁਣ ਸਾਡੀ ਪੰਜਾਬੀ ਤੇ ਗੁਰਮੁਖੀ ਹੈ, ਇਹ ਤੁਹਾਨੂੰ 2 ਆਉਂਦੀਆਂ ਹੋਣ, ਉਸ ਤੋਂ ਅੱਗੇ ਤੁਹਾਨੂੰ ਹਿੰਦੀ ਆਵੇ, ਸੰਸਕ੍ਰਿਤ ਆਵੇ, ਅੰਗਰੇਜ਼ੀ ਆਵੇ, ਤੁਹਾਨੂੰ ਅਰਬੀ ਆਵੇ, ਫਾਰਸੀ ਆਵੇ, ਤੁਹਾਨੂੰ ਰਸ਼ੀਅਨ ਆਵੇ, ਤੁਹਾਨੂੰ ਦੁਨੀਆ ਦੀਆਂ ਲੈਂਗੁਏਜ ਆਉਣ, ਇਹ ਕੀ ਹੈ? ਇਹ ਤੁਹਾਡੀ ਕੁਆਲਿਟੀ ਹੈ, ਇਹ ਤੁਹਾਡਾ ਗੁਣ ਹੈ, ਇਹ ਤੁਹਾਡੀ ਸ਼ੋਹਰਤ ਹੈ ਕਿ ਇੱਕ ਬੰਦੇ ਨੂੰ ਇੰਨੀਆਂ ਭਾਸ਼ਾ ਆਉਂਦੀਆਂ ਨੇ, ਲੈਂਗੁਏਜ ਆਉਂਦੀਆਂ ਨੇ। ਪਰ ਜੇ ਤੁਸੀਂ ਆਪਣੀ ਮਾਂ ਬੋਲੀ ਛੱਡ ਦਿੱਤੀ ਤਾਂ ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਭਾਈ ਤੇ ਫਿਰ ਤਾਂ ਤੁਸੀਂ ਆਪਣਾ ਧਰਮ ਹੀ ਛੱਡ ਦਿੱਤਾ। ਬੜੀ ਛੋਟਾ ਜਿਹਾ ਉਪਦੇਸ਼ ਹੈ। ਗੱਲ ਨੂੰ ਜਿੰਨਾ ਮਰਜ਼ੀ ਆਪਾਂ ਵੱਡਾ ਕਰਕੇ ਕਹੀਏ, ਗੱਲ ਇਹ ਹੈ ਕਿ ਤੁਹਾਨੂੰ ਆਪਣਾ ਧਰਮ ਨਹੀਂ ਛੱਡਣਾ ਚਾਹੀਦਾ, ਆਪਣੇ ਸੰਸਕ੍ਰਿਤੀ ਨੂੰ ਨਹੀਂ ਛੱਡਣਾ ਚਾਹੀਦਾ, ਆਪਣੇ ਧਾਰਮਿਕ ਚਿੰਨ੍ਹਾਂ ਨੂੰ ਨਹੀਂ ਛੱਡਣਾ ਚਾਹੀਦਾ। ਆਪਣਾ ਧਰਮ ਕਮਾਉਂਦਿਆਂ ਤੁਸੀਂ ਦੁਨੀਆ 'ਚ ਕਿਤੇ ਵੀ ਰਹੋ, ਕੋਈ ਗੁਨਾਹ ਥੋੜ੍ਹਾ ਹੈ।
ਜਿਹੜੀ ਮਰਜ਼ੀ ਧਰਤੀ ਤੇ ਰਹੋ, ਪਰ ਤੁਸੀਂ ਆਪਣਾ ਧਰਮ ਨਹੀਂ ਛੱਡਣਾ, ਆਪਣੀ ਸੰਸਕ੍ਰਿਤੀ ਨਹੀਂ ਛੱਡਣੀ, ਆਪਣੀ ਪਾਠ ਪੂਜਾ ਨਹੀਂ ਛੱਡਣੀ, ਆਪਣੇ ਧਾਰਮਿਕ ਚਿੰਨ੍ਹਾਂ ਦਾ ਤਿਆਗ ਨਹੀਂ ਕਰਨਾ। ਹਾਂਜੀ। ਧਨ ਲਾਲਚ ਕਰ ਬੇ ਵਿਪਰੀਤੀ, ਨਿਜ ਬ੍ਰਿਤ ਤਿਆਗੀ ਚੱਲੈ ਅਨੀਤੀ। ਪਰ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ? ਸਤਿਗੁਰੂ ਕਹਿੰਦੇ ਪੈਸੇ ਦੇ ਲਾਲਚ ਵਿੱਚ ਹੋ ਰਿਹਾ ਹੈ ਭਾਈ। ਹੋਰ ਇਹਦੇ ਪਿੱਛੇ ਕੋਈ ਕਾਰਨ ਨਹੀਂ, ਸਿਰਫ ਇੱਕ ਧਨ ਦਾ ਲਾਲਚ ਹੈ, ਜਿਹਦੇ ਲਈ ਲੋਕ ਇਹ ਸਾਰਾ ਕੰਮ ਕਰਦੇ ਨੇ। ਤੁਸੀਂ ਅੱਜ ਵੀ ਵੇਖੋ ਬਾਹਰਲੇ ਮੁਲਕਾਂ ਦੇ ਵਿੱਚ ਕਿੰਨੇ ਮੁਲਕ ਨੇ ਜਿਨ੍ਹਾਂ ਮੁਲਕਾਂ ਦੇ ਵਿੱਚ ਇੱਕ ਧਰਮ ਦੇ ਲੋਕ ਦੂਜੇ ਧਰਮ ਦੇ ਲੋਕਾਂ ਤੇ ਜ਼ੁਲਮ ਕਰਦੇ ਨੇ, ਬੱਚਿਆਂ ਨੂੰ ਮਾਰਿਆ ਜਾ ਰਿਹਾ ਹੈ, ਜਨਾਨੀਆਂ ਨੂੰ ਬਾਜ਼ਾਰਾਂ 'ਚ ਵੇਚਿਆ ਜਾ ਰਿਹਾ। ਰੋਜ਼ ਵੀਡੀਓ ਆਉਂਦੀਆਂ ਨੇ ਤੁਹਾਡੇ ਕੋਲ, ਮੇਰੇ ਕੋਲ। ਨਿੱਕੀ ਜੀ ਗੱਲ ਤੇ ਸਾਰਾ ਕੁਝ ਖਤਮ ਹੋ ਸਕਦਾ ਹੈ। ਕੀ ਜੇ ਉਹ ਬੱਚੇ ਤੇ ਬੀਬੀਆਂ ਭੈਣਾਂ ਕਹਿ ਦੇਣ ਵੀ ਲਓ ਜੀ ਅਸੀਂ ਤੁਹਾਡਾ ਧਰਮ ਕਬੂਲ ਕਰ ਲੈਂਦੇ ਆ। ਵੇਖੋ ਛੋਟੀ ਜੀ ਉਦਾਹਰਨ ਹੈ, ਔਰੰਗਜ਼ੇਬ ਹਿੰਦੂਆਂ ਨੂੰ ਮੁਸਲਮਾਨ ਬਣਾਉਂਦਾ, ਜਿਹੜੇ ਨਹੀਂ ਬਣਦੇ ਉਹਨਾਂ ਨੂੰ ਮਾਰਦਾ। ਹੁਣ ਆਪਾਂ ਕਿਹਨਾਂ ਨੂੰ ਚੰਗਾ ਕਹੀਏ? ਜਿਹੜੇ ਮੁਸਲਮਾਨ ਬਣ ਗਏ ਉਹ ਚੰਗੇ ਸੀ, ਕਿ ਜਿਨ੍ਹਾਂ ਨੇ ਆਪਣਾ ਧਰਮ ਰੱਖਿਆ, ਮਰਨਾ ਕਬੂਲ ਕਰ ਲਿਆ, ਕਿ ਉਹ ਚੰਗੇ ਸੀ? ਆ ਜਿੰਨੇ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਨੇ ਨਾ, ਇਹਨਾਂ ਦੇ ਵਿੱਚੋਂ ਕੋਈ ਇੰਪੋਰਟ ਨਹੀਂ ਹੋਇਆ, ਕੋਈ ਕਾਬਲ ਤੋਂ ਨਹੀਂ ਆਇਆ, ਕੋਈ ਕੰਧਾਰ ਤੋਂ ਨਹੀਂ ਆਇਆ, ਕੋਈ ਗਜਨੀ ਤੋਂ ਨਹੀਂ ਆਇਆ। ਇਹ ਸਾਰੇ ਇੱਥੋਂ ਦੇ ਹਿੰਦੂ ਵੀਰ ਨੇ ਜਿਨ੍ਹਾਂ ਨੇ ਆਪਣਾ ਧਰਮ ਛੱਡ ਦਿੱਤਾ। ਜਿਹੜੇ ਕਸ਼ਮੀਰ 'ਚ ਮੁਸਲਮਾਨ ਨੇ, ਇਹ ਕੋਈ ਬਾਹਰੋਂ ਆਏ ਨੇ? ਕੋਈ ਨਾ। ਜਦੋਂ ਸਵਾ ਮਣ ਜੰਜੂ ਔਰੰਗਜ਼ੇਬ ਉਤਾਰਦਾ ਸੀ, ਉਦੋਂ ਕਈ ਡਰਦੇ ਮੁਸਲਮਾਨ ਬਣ ਗਏ, ਤੇ ਅੱਜ ਉਹ ਤੁਸੀਂ ਵੇਖਿਆ ਲੰਮੀ ਬਾਗ ਦਿੰਦੇ ਨੇ। ਤੇ ਜੇ ਉਸ ਵੇਲੇ ਉਹ ਇੱਕ ਅੜ ਜਾਂਦੇ ਇਸ ਗੱਲ ਤੇ, ਮਾਰ ਦਿਓ ਸਾਨੂੰ, ਕੀ ਫਰਕ ਪੈਣਾ ਸੀ? ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਕਿਹਾ ਗਿਆ ਕਿ ਤੁਸੀਂ ਦੀਨ ਕਬੂਲ ਕਰ ਲਓ, ਤੇ ਉਹਨਾਂ ਨੇ ਪੁੱਛਿਆ ਫਿਰ ਕੀ ਹੋਏਗਾ? ਆਖਿਆ ਜੀ ਤੁਹਾਨੂੰ ਨਵਾਬੀਆਂ ਦਿੱਤੀਆਂ ਜਾਣਗੀਆਂ, ਤੁਹਾਨੂੰ ਵੱਡੇ ਘਰਾਂ ਦੇ ਡੋਲੇ ਦਿੱਤੇ ਜਾਣਗੇ। ਉਹਨਾਂ ਪੁੱਛਿਆ ਵੀ ਫਿਰ ਕੀ ਹੋਏਗਾ? ਫਿਰ ਮੌਤ ਨਹੀਂ ਆਏਗੀ? ਉਹ ਤੇ ਕਹਿੰਦੇ ਜੀ ਆਏਗੀ। ਕਹਿੰਦੇ ਕੋਈ ਨਹੀਂ, ਫਿਰ ਹੁਣੇ ਆਉਣ ਦਿਓ। ਜੇ ਇੰਨੇ ਕੁਝ ਕਰਨ ਤੋਂ ਬਾਅਦ ਫਿਰ ਮਰਨਾ ਤੇ ਨਿਸ਼ਚਿਤ ਹੈ ਨਾ, ਤਾਂ ਫਿਰ ਮਰਨ ਦਿਓ। ਫਿਰ ਧਰਮ ਛੱਡਣ ਦੀ ਕੀ ਲੋੜ ਹੈ? ਧਰਮ ਸਿਰਫ ਛੱਡਿਆ ਜਾਂਦਾ ਸਰਮਾਇਆ ਦੇ ਲਾਲਚ ਵਿੱਚ, ਹੋਰ ਧਰਮ ਛੱਡਣ ਦਾ ਕੋਈ ਕਾਰਨ ਨਹੀਂ ਹੈ। ਸਤਿਗੁਰੂ ਕਹਿੰਦੇ ਧਨ ਲਾਲਚ ਕਰ ਭੇ ਵਿਪਰੀਤੀ, ਨਿਜ ਬ੍ਰਿਤ ਤਿਆਗੀ ਚਲੇ ਅਨੀਤੀ। ਇਥੋਂ ਅਨੀਤੀ ਸ਼ੁਰੂ ਹੁੰਦੀ ਹੈ। ਹਾਂਜੀ। ਪਰ ਨਿੰਦਾ ਮੇਰ ਸਦਾ ਅਲਾਵੇ, ਕਰਤ ਹਰ ਕਥਾ ਬਾਤ ਚਲਾਵੇ। ਲੋਕਾਂ ਦੀ ਨਿੰਦਿਆ ਕਰਨੀ, ਰੱਬ ਦੀਆਂ ਕਥਾ ਕਹਾਣੀਆਂ ਦੇ ਵਿੱਚ ਬੈਠਿਆਂ ਗੱਲਾਂ ਕਰਨੀਆਂ। ਹਾਂਜੀ। ਸੁਣ ਕਰ ਪੁਨ ਦੇ ਜੇ ਉਚਰੇ ਬੈਨਾ, ਸੁਣੋ ਸੰਤ ਜੀ ਤੁਮ ਸੁਖ ਦੇਣਾ। ਸਤਿਗੁਰੂ ਕਹਿੰਦੇ ਇਹ ਗਲਤ ਹੈ। ਰੱਬ ਦੀ ਕਥਾ ਹੋਵੇ, ਤੁਸੀਂ ਗੱਲਾਂ ਕਰੋ, ਬਿਨਾਂ ਕਾਰਨ ਤੁਸੀਂ ਲੋਕਾਂ ਦੀ ਨਿੰਦਿਆ ਵਿੱਚ ਆਪਣਾ ਸਮਾਂ ਬਰਬਾਦ ਕਰੋ। ਪੰਡਤ ਨੂੰ ਗੱਲ ਸਮਝ ਆ ਗਈ, ਕਹਿਣ ਲੱਗਾ ਸੰਤ ਜੀ ਮੈਂ ਸਮਝ ਗਿਆ ਕਿ ਇਸ ਧਰਤੀ ਤੇ ਤੁਸੀਂ ਸੁਖ ਦੇਣ ਵਾਲੇ ਦਾਤੇ ਹੋ, ਤੁਸੀਂ ਧਰਤੀ ਦੇ ਜੀਵਾਂ ਨੂੰ ਸੁਖ ਦੇਣ ਆਏ ਹੋ। ਹਾਂਜੀ। ਕਾਲ ਜੁਗ ਮੈਂ ਅਗ ਕੋ ਬਰਤਾਰਾ, ਕਰਤ ਸਰਬ ਨਰ ਬਿਨਾ ਵਿਚਾਰਾ। ਦੁਨੀਆ ਦੇ ਵਿੱਚ ਪਾਪਾਂ ਦਾ ਵਰਤਾਰਾ ਹੈ। ਦੁਨੀਆ ਦੇ ਲੋਕ ਪਾਪਾਂ ਵਿੱਚ ਪ੍ਰਵਿਰਤ ਨੇ, ਪਰ ਉਹ ਲੋਕ ਨੇ ਜਿਨ੍ਹਾਂ ਨੇ ਵਿਚਾਰ ਨਹੀਂ ਕੀਤੀ। ਮੈਂ ਕੱਲ ਪਰਸੋਂ ਵੀ ਬੇਨਤੀ ਕੀਤੀ ਸੀ ਕਿ ਇੱਕ ਬੜੇ ਗੁਰਸਿੱਖ ਸੱਜਣ ਮੇਰੇ ਕੋਲ ਆਏ, ਕਹਿੰਦੇ ਗਿਆਨੀ ਜੀ ਸਾਡੇ ਜਵਾਈ ਦੀ ਮੌਤ ਹੋ ਗਈ ਹੈ। ਵਿਆਹ ਕਦੋਂ ਹੋਇਆ? ਕਹਿੰਦੇ 3 ਸਾਲ ਪਹਿਲਾਂ। ਮੈਂ ਕਿਹਾ ਜੀ ਮਾੜਾ ਹੋਇਆ। ਕਹਿੰਦੇ ਪਰ ਸਾਡੀ ਧੀ ਤਾਂ ਆਪਣੇ ਘਰੇ ਬੈਠੀ ਹੈ। ਮੈਂ ਬੜਾ ਹੈਰਾਨ ਹੋਇਆ। ਕਹਿੰਦੇ ਜੀ 5 ਮਹੀਨੇ ਹੋ ਗਏ ਉਹਨਾਂ ਧੀ ਸਾਡੀ ਵਾਪਸ ਮੋੜਤੀ ਸੀ। ਹੁਣ ਤੁਸੀਂ ਵੇਖੋ ਵੀ 3 ਸਾਲ ਪਹਿਲਾਂ ਵਿਆਹ ਹੋਇਆ,
5 ਸਾਲ ਪਹਿਲਾਂ ਉਹਨੇ ਬੱਚੇ ਨੇ ਵੋਟੀ ਘਰ ਘੱਲਤੀ 5 ਮਹੀਨੇ ਪਹਿਲਾਂ 5 ਮਹੀਨੇ ਪਹਿਲਾਂ ਬੱਚੇ ਨੂੰ ਇੰਨਾ ਹੀ ਨਹੀਂ ਪਤਾ ਵੀ ਮੇਰੀ ਤਾਂ ਉਮਰ ਹੀ 5 ਮਹੀਨੇ ਹੈ ਤੇ 5 ਮਹੀਨੇ ਤੇ ਰਹਿ ਲਓ ਇਕੱਠੇ ਹੋ ਤੁਸੀਂ। ਅਸੀਂ ਲੜਨ ਮਰਨ ਵਾਲਿਆਂ ਨੂੰ ਇਹ ਹੀ ਨਹੀਂ ਪਤਾ ਵੀ ਕੱਲ ਦਾ ਦਿਨ ਆਉਣਾ ਹੈ ਕਿ ਨਹੀਂ ਆਉਣਾ। ਵੈਰ ਬੱਧੇ ਹੋਏ ਨੇ। ਟੋਟਲ ਉਮਰ ਵਿਆਹ ਦੀ 3 ਸਾਲ 3 ਸਾਲਾਂ ਚੋਂ 5 ਮਹੀਨੇ ਝਗੜੇ ਦੇ ਤੇ 5 ਮਹੀਨਿਆਂ ਬਾਅਦ ਮੌਤ। ਦੱਸੋ ਉਹ ਵੈਰ, ਉਹ ਵਿਰੋਧ, ਉਹ ਈਰਖਾ ਕਿਹੜੇ ਕੰਮ ਹੈ ਤੁਹਾਡੀ? ਤੇ ਸੋਚਿਆ ਕੀ ਹੋਏਗਾ, ਇਹਨੂੰ ਛੱਡ ਦਿਆਂਗੇ ਫਿਰ ਨਵਾਂ ਵਿਆਹ ਕਰਾਂਗੇ, ਫਿਰ ਨਵੀਂ ਕੁੜੀ ਸਿਆਣੀ ਜੀ ਲੱਭ ਕੇ ਲਿਆਵਾਂਗੇ। ਉਹ ਬੰਦਿਆ ਤੈਨੂੰ ਪਤਾ ਹੀ ਨਹੀਂ, ਤੇਰੀ ਉਮਰ ਹੀ ਹੈ ਨਹੀਂ ਕਿ ਖਤਮ ਹੋ ਚੁੱਕੀ ਹੈ। ਇਹ ਤੇ ਐਵੇਂ 2-4 ਮਹੀਨਿਆਂ ਦਾ ਭੁਲੇਖਾ ਸੀਗਾ, 5 ਮਹੀਨਿਆਂ ਬਾਅਦ ਮੁੱਕ ਗਿਆ। ਕਰੋਨਾ ਆਇਆ, ਮੁੰਡਾ ਮਰ ਗਿਆ। ਸਾਨੂੰ ਕਿਸੇ ਨੂੰ ਵੀ ਨਹੀਂ ਪਤਾ ਵੈਰ ਕਿੱਡੇ ਕਿੱਡੇ ਵੱਧੇ ਹੋਏ ਨੇ। ਅਸੀਂ ਜੇ ਆਪਾਂ ਇਹ ਗੱਲ ਸਮਝ ਲਈਏ ਕਿ ਸਾਨੂੰ ਪਤਾ ਹੀ ਨਹੀਂ ਕਦੋਂ ਕਿੰਨੇ ਤੁਰ ਜਾਣਾ ਹੈ, ਇਸ ਧਰਤੀ ਦਾ ਅੱਧੀ ਧਰਤੀ ਤਾਂ ਵੈਸੇ ਹੀ ਸਵਰਗ ਹੋ ਸਕਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਕਰਤ ਸਰਬ ਨਰ ਬਿਨਾ ਵਿਚਾਰਾ। ਜਿਹੜੇ ਅਸੀਂ ਪਾਪ ਕਰ ਰਹੇ ਹਾਂ, ਕਦੀ ਇਹਨਾਂ ਪਾਪਾਂ ਨੂੰ ਕਰਨ ਲੱਗਿਆਂ ਵਿਚਾਰ ਨਹੀਂ ਕੀਤੀ ਕਿ ਇਹ ਪਾਪ ਸਾਡੇ ਨਾਲ ਕਿੰਨਾ ਚਿਰ ਨਹੀਂ ਬਣਗੇ ਜਾਂ ਕਿੰਨੀ ਕੁ ਉਮਰ ਸਾਡੇ ਕੋਲ ਬਾਕੀ ਹੈ, ਤਾਂ ਕਿ ਇਹਨਾਂ ਪਾਪਾਂ ਦੀ ਕਮਾਈ ਨੂੰ ਅਸੀਂ ਪੁੰਜ ਪਾਵਾਂਗੇ, ਖਾ ਪਾਵਾਂਗੇ ਅਸੀਂ। ਹਾਂਜੀ। ਬਿਨਾ ਨਾਮ ਤੇ ਆਨ ਉਪਾਏ, ਜਿਉ ਗਤ ਹੋਵੇ ਦੇਹੋ ਬਤਾਏ। ਇਸ ਕਰਕੇ ਨਾਮ ਤੋਂ ਬਿਨਾ ਕੋਈ ਉਪਾਅ ਹੈ? ਪੰਡਤ ਕਹਿਣ ਲੱਗਾ, ਜੀ ਮੈਨੂੰ ਜ਼ਰੂਰ ਦੱਸੋ ਕਿ ਕੋਈ ਮੁਕਤੀ ਦਾ, ਕਲਿਆਣ ਦਾ, ਮੋਕਸ਼ ਦਾ, ਪਰਮਾਤਮਾ ਦੀ ਪ੍ਰਾਪਤੀ ਦਾ ਕੋਈ ਰਸਤਾ ਹੈ? ਹਾਂਜੀ। ਤੁਮ ਸਰਬੱਗ ਅਹੋ ਗਤ ਦਾਈ, ਸੁਣ ਸ੍ਰੀ ਗੁਰ ਪੁਨ ਗਿਰਾ ਅਲਾਈ। ਸਤਿਗੁਰੂ ਪਿਤਾ ਜੀ ਤੁਸੀਂ ਸਰਬੱਗ ਹੋ, ਮੁਕਤੀ ਦੇ ਦਾਤੇ ਹੋ। ਤਦੋਂ ਫਿਰ ਸਤਿਗੁਰੂ ਜੀ ਨੇ ਇਹ ਬਚਨ ਉਚਾਰੇ ਨੇ। ਹਾਂਜੀ। ਅਸ਼ਟ ਸਾਜ ਸਾਜ ਪੁਰਾਣ ਸੋਦੇ, ਕਰੇ ਵੇਦ ਅਭਿਆਸ। ਬਿਨ ਨਾਮ ਹਰ ਕੈ ਮੁਕਤ ਨਾਹੀ, ਕਹੈ ਨਾਨਕ ਦਾਸ। ਸਤਿਗੁਰੂ ਜੀ ਕਹਿਣ ਲੱਗੇ, ਸੁਣੋ, ਜਿੰਨੇ ਮਰਜੀ ਧਰਮ ਗ੍ਰੰਥ ਪੜ੍ਹ ਲਓ, ਅਸ਼ਟ ਸਾਜ ਸਾਜ ਪੁਰਾਣ ਸੋਧੇ, ਪੁਰਾਣਾਂ ਨੂੰ ਸੋਧ ਕੇ ਵਿਚਾਰਿਆ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਸਿਮਰਤ ਸ਼ਾਸਤਰ ਪਾਪ ਪੁੰਨ ਵਿਚਾਰ ਦੇ, ਤਤੈ ਸਾਰ ਨਾ ਜਾਣੀ। ਤਤੈ ਸਾਰ ਨਾ ਜਾਣੀ, ਗੁਰੂ ਬਾਝੋਂ ਤਤੈ ਸਾਰ ਨਾ ਜਾਣੀ। ਤਿਹੀ ਗੁਣੀ ਸੰਸਾਰ ਭ੍ਰਮ ਸੁਤਾ, ਸੁਤਿਆ ਰਹਿਣ ਵਿਹਾਣੀ। ਸੱਚ ਇਹ ਹੈ ਕਿ ਬਿਨਾਂ ਪਰਮਾਤਮਾ ਦੀ ਭਗਤੀ ਤੋਂ, ਬਿਨਾਂ ਪਰਮਾਤਮਾ ਦੀ ਆਰਾਧਨਾ ਤੋਂ, ਸਿਮਰਨ ਤੋਂ ਮੁਕਤੀ ਨਹੀਂ ਹੈ। ਨਾਵਣ ਕੋ ਤੀਰਥ ਘਣੇ, ਇਹ ਦੇਖ ਲਓ ਪੰਕਤੀ ਲਿਖਣੀ ਹੈ। ਪੂਜਣ ਕੋ ਬਹੁ ਦੇਵ, ਨਹਾਉਣਾ ਹੋਵੇ ਤਾਂ ਹਿੰਦੁਸਤਾਨ ਵਿੱਚ ਬੜੇ ਤੀਰਥ ਨੇ। ਵੇਖੋ ਅਮਰੀਕਾ 'ਚ ਤਾਂ ਇੱਕ ਵੀ ਹੈ ਨਹੀਂ। ਦਰਿਆ ਬੜੇ ਨੇ, ਸਮੁੰਦਰ ਬੜੇ ਨੇ, ਪਰ ਨਹਾਉਣ ਲਈ ਕੋਈ ਤੀਰਥ ਨਹੀਂ ਹੈਗਾ ਅਮਰੀਕਾ 'ਚ। ਹਿੰਦੁਸਤਾਨ ਵਿੱਚ 68 ਨੇ। ਪੂਜਣ ਕੋ ਬਹੁ ਦੇਵ, ਅਗਰ ਦੇਵੀ ਦੇਵਤਿਆਂ ਦੀ ਪੂਜਾ ਕਰਨੀ ਤੇ ਹਿੰਦੁਸਤਾਨ ਦੇ ਵਿੱਚ 33 ਕਰੋੜ ਨੇ, ਅਮਰੀਕਾ 'ਚ ਇੱਕ ਵੀ ਹੈ ਨਹੀਂਗਾ। ਮੈਂ ਤਾਂ ਕਈ ਸਾਲ ਉੱਥੇ ਰਿਹਾ, ਮੈਨੂੰ ਨਹੀਂ ਮਿਲਿਆ। ਹੁਣ ਵੀ ਜਾਈਦਾ, ਮੈਂ ਨਹੀਂ ਸੁਣਿਆ ਵੀ ਉੱਥੇ ਕੋਈ ਦੇਵਤਾ ਹੈਗਾ ਨਾ। ਪਰ ਉਹ ਲੋਕ ਝੂਠ ਨਹੀਂ ਬੋਲਦੇ, ਉਹ ਲੋਕ ਸੱਚ ਬੋਲਦੇ ਨੇ, ਉਹ ਲੋਕ ਤੁਹਾਡੇ ਤੇ ਟਰਸਟ ਕਰਦੇ ਨੇ। ਮੈਂ ਬੜੀ ਵਾਰੀ ਸੋਚਦਾ ਬਹਿ ਕੇ ਵੀ ਇੰਨਾ ਰੱਬ ਨੇ ਧਨ ਉਹਨਾਂ ਨੂੰ ਦੇ ਦਿੱਤਾ, ਸੁਹਾਪਣ ਦੇ ਦਿੱਤਾ, ਰਾਜ ਭਾਗ ਦੇ ਦਿੱਤਾ, ਸ਼ਕਤੀਆਂ ਉਹਨਾਂ ਨੂੰ ਦੇ ਦਿੱਤੀਆਂ, ਤੇ ਭੁੱਖ ਨੰਗ ਸਾਨੂੰ ਦੇ ਦਿੱਤੀ।
ਜਦੋਂ ਕਿ ਸਾਰੇ ਭਗਵਾਨ ਇੱਥੇ ਨੇ, ਦੇਵੀ ਦੇਵਤੇ ਇੱਥੇ ਨੇ, ਸਾਰੇ ਰਿਸ਼ੀ ਮੁਨੀ ਇੱਥੇ ਨੇ, ਕਿਸੇ ਨੂੰ ਪਾਸਪੋਰਟ ਨਹੀਂ ਮਿਲਿਆ, ਕੋਈ ਨਹੀਂ ਕੈਨੇਡਾ ਅਮਰੀਕਾ ਗਿਆ, ਸਭ ਅਜੇ ਵੀ ਇੱਥੇ ਹੀ ਬੈਠੇ ਨੇ। ਤੇ ਹਾਲਾਤ ਇਹ ਬਣ ਚੁੱਕੇ ਨੇ ਕਿ ਵੱਧ ਤੋਂ ਬਦਤਰ ਸਾਡੀ ਜ਼ਿੰਦਗੀ ਹੈ। ਆ ਦੂਜੀ ਵੇਵ ਕਰੋਨੇ ਦੀ ਇੱਥੇ ਆਈ, ਅਮਰੀਕਾ ਨਹੀਂ ਗਈ, ਪਤਾ ਨਹੀਂ ਉਹਨੂੰ ਵੀਜ਼ਾ ਹੀ ਨਹੀਂ ਮਿਲਿਆ, ਇਧਰ ਨੂੰ ਭੱਜੀ ਆਉਂਦੀ ਹੈ, ਪਤਾ ਨਹੀਂ ਸ਼ਾਇਦ ਉੱਦਾਂ ਹੀ ਉਹ ਬੰਗਲਾਦੇਸ਼ੀਆਂ ਵਾਂਗੂ ਖੁੱਲ੍ਹਾ ਹੀ ਹੈ ਸਾਰਾ ਕੰਮ। ਕੌਣ ਰੋਕੇਗਾ ਸਾਨੂੰ, ਕੌਣ ਸਮਝਾਏਗਾ ਸਾਨੂੰ, ਕਿੱਦਾਂ ਇਹ ਗੱਲ ਸਾਨੂੰ ਸਮਝ ਆਏਗੀ? ਇਹ ਲਿਖ ਲਓ ਪੰਕਤੀਆਂ, ਨਾਵਣ ਕੋ ਤੀਰਥ ਕਣੇ, ਪੂਜਨ ਕੋ ਬਹੁ ਦੇਵ, ਤੇ ਕਹੋ ਕਬੀਰ ਛੂਟਣ ਨਹੀਂ, ਛੂਟਣ ਹਰ ਕੀ ਸੇ। ਜਿੱਦਣ ਮੁਕਤੀ ਚਾਹੋਗੇ ਉਦੋਂ ਰੱਬ ਦੀ ਭਗਤੀ ਕਰਨੀ ਪੈਗੀ, ਇਹਦੇ ਤੋਂ ਇਲਾਵਾ ਕੋਈ ਤਰੀਕਾ ਨਹੀਂ ਹੈਗਾ। ਬਾਕੀ ਕਰਮ ਕਾਂਡ ਨੇ ਜਿੰਨੇ ਮਰਜ਼ੀ ਕਰੀ ਜਾਓ, ਇਹ ਕਰਮ ਕਾਂਡ ਨੇ ਜਿਨ੍ਹਾਂ ਵਿੱਚ ਅਸੀਂ ਪ੍ਰਵਿਰਤ। ਉਹ ਲੋਕ ਇਨਸਾਨ ਦੀ ਕੀਮਤ ਪਾਉਂਦੇ ਨੇ। ਕੋਈ ਸਿਨੇਮਾ ਨਹੀਂ ਬਣ ਸਕਦਾ, ਕੋਈ ਹੋਟਲ ਨਹੀਂ ਬਣ ਸਕਦਾ, ਕੋਈ ਸਰਕਾਰੀ ਦਫ਼ਤਰ ਨਹੀਂ ਬਣ ਸਕਦਾ, ਕੋਈ ਮੰਦਰ, ਗੁਰਦੁਆਰਾ, ਹਸਪੀਟਲ ਨਹੀਂ ਬਣ ਸਕਦਾ ਜਿੱਥੇ ਡਿਸਏਬਲ ਬੰਦੇ ਵਾਸਤੇ ਪਹਿਲਾਂ ਲਿਫਟ ਨਹੀਂ ਲੱਗੇਗੀ, ਬਾਥਰੂਮ ਨਹੀਂ ਬਣੇਗਾ ਔਰ ਪਾਰਕਿੰਗ ਨਹੀਂ ਹੋਏਗੀ। ਤੇ ਸਾਡੇ ਲੰਗੜੇ ਲੂਲੇ ਨੂੰ ਕਹਿੰਦੇ ਗੁਰਦੁਆਰੇ ਦੇ ਬਾਹਰ ਬਹਿ ਜਾ, ਤੈਨੂੰ ਪੈਸੇ ਦੇਾਂਗੇ ਅਸੀਂ। ਮੇਰੀ ਗੱਲ ਦਾ ਗੁੱਸਾ ਨਾ ਕਰਨਾ। ਕੋਈ ਮੰਦਰ ਗੁਰਦੁਆਰਾ ਅਮਰੀਕਾ 'ਚ ਦੱਸ ਦਿਓ ਜਿਹਦੇ ਸਭ ਤੋਂ ਗੁਰਦੁਆਰੇ ਦੇ ਬੂਹੇ ਦੇ ਅੱਗੇ, ਇੱਥੇ ਗੁਰਦੁਆਰੇ ਦੇ ਬੂਹੇ ਅੱਗੇ ਮੇਰੇ ਵਰਗੇ ਨੰਬਰਦਾਰ ਦੀ ਗੱਡੀ ਖੜੀ ਹੋਏਗੀ, ਅਮਰੀਕਾ 'ਚ ਨਹੀਂ ਹੁੰਦੀ। ਉੱਥੇ ਡਿਸੇਬਲ ਬੰਦੇ ਦੀ ਕਾਰ ਪਾਰਕਿੰਗ ਹੋਏਗੀ। ਮੌਲ ਹੈ ਉੱਥੇ ਵੀ ਇਦਾਂ ਹੀ ਹੈ, ਮਾਰਕੀਟ ਉੱਥੇ ਵੀ ਇਦਾਂ ਹੀ ਹੈ। ਤੁਸੀਂ ਚੰਗੇ ਭਲੇ ਹੋ ਤੇ ਪੈਸੇ ਦੇ ਕੇ ਕਾਰ ਖੜੀ ਕਰੋ, ਡਿਸੇਬਲ ਬੰਦਾ ਹੈ ਉਹ ਆਪਣਾ ਅੱਗੇ ਲਾਵੇ ਕਾਰਡ, ਜਿੱਥੇ ਮਰਜ਼ੀ ਜਾਵੇ, ਸਾਰੀ ਮਾਰਕੀਟ ਘੁੰਮਾਵੇ, ਉਹਨੂੰ ਕੋਈ ਉਹਦੇ ਤੇ ਮੀਟਰ ਦਾ ਖਰਚਾ ਨਹੀਂ ਹੈ। ਤੇ ਦੱਸੋ ਫਿਰ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਜਿੱਥੇ ਗਰੀਬ ਸੰਭਾਲੇ ਜਾਣਗੇ, ਜਿੱਥੇ ਲੰਗੜੇ ਲੂਲੇ ਸੰਭਾਲੇ ਜਾਣਗੇ, ਤੇ ਰੱਬ ਦੀ ਕਿਰਪਾ ਉੱਥੇ ਹੋਣੀ, ਇੱਥੇ ਥੋੜਾ ਹੋਣੀ ਹੈ। ਇੱਥੇ ਤੇ ਅਸੀਂ ਇਹਨਾਂ ਨੂੰ ਕਹਿੰਦੇ ਤੁਸੀਂ ਮੰਗਿਆ ਕਰੋ, ਅਸੀਂ ਦੇਵਾਂਗੇ ਤੁਹਾਨੂੰ, ਕਿਉਂਕਿ ਤੁਸੀਂ ਭਿਖਾਰੀ ਹੋਵੋਗੇ, ਅਸੀਂ ਦਾਤੇ ਹੋਵਾਂਗੇ। ਬਾਹਰਲੇ ਮੁਲਕ ਕਹਿੰਦੇ ਨਹੀਂ, ਇਹ ਭਿਖਾਰੀ ਨਹੀਂ, ਸਾਰੀਆਂ ਸਕੀਮਾਂ ਹੀ ਇਹਨਾਂ ਵਾਸਤੇ ਨੇ। ਪੈਨਸ਼ਨਾਂ ਉਹਨਾਂ ਲਈ ਨੇ, ਡਾਕਟਰ ਉਹਨਾਂ ਲਈ ਨੇ, ਨਰਸਾਂ ਫਰੀ ਨੇ, ਈਵਨ ਉਹਨਾਂ ਨੂੰ ਬੜੇ ਸਸਤੇ ਰੇਟ ਤੇ ਗੱਡੀਆਂ ਵੀ ਮਿਲਦੀਆਂ ਨੇ। ਕੰਪਨੀਆਂ ਉਹਨਾਂ ਲਈ ਸਪੈਸ਼ਲ ਗੱਡੀਆਂ ਬਣਾਉਂਦੀਆਂ ਨੇ ਕਿ ਜਿਹਨੂੰ ਲੰਗੜਾ ਲੂਲਾ ਬੰਦਾ ਜਿਹਦਾ ਹੱਥ ਪੈਰ ਕੰਮ ਨਹੀਂ ਕਰਦਾ ਉਹ ਵੀ ਚਲਾ ਸਕੇ। ਤੇ ਸਾਡੇ ਇਹੋ ਜਿਹੇ ਦੀ ਹੋਵੇ ਗੱਡੀ ਤਾਂ ਮੇਰਾ ਖਿਆਲ ਹੈ ਅਗਲਾ ਚੌਂਕ ਨਾ ਟੱਪਣ ਦੀ, ਦੋ ਚਪੇੜਾ ਮਾਰ ਕੇ ਗੱਡੀ ਖੋਲ ਗਈ ਉਹਦੇ ਕੋਲੋਂ, ਚਲੋ। ਸਾਡੇ ਤੇ ਗੱਡੀ ਲੁੱਟਣਾ ਜਿਹੜੀ ਉਹ ਵੀ ਬਹਾਦਰੀ ਹੈ, ਤੇ ਇੱਥੇ ਗਰੀਬ ਨੂੰ ਗੱਡੀ ਕਿੰਨੇ ਚਲਾਉਣ ਦੇਣੀ ਸੀ? ਇਸ ਕਰਕੇ ਆਪਾਂ ਨਾ ਥੋੜਾ ਜਿਹਾ ਅੱਗੇ ਤੁਰੀਏ। ਆਪਾਂ ਜਿੱਥੇ ਆਪਾਂ ਖਲੋਤੇ ਆ ਇੱਥੇ ਰੱਬ ਨਹੀਂ ਹੈਗਾ, ਰੱਬ ਥੋੜਾ ਜਿਹਾ ਹੋਰ ਅੱਗੇ ਚਲਾ ਗਿਆ। ਉਹਨੂੰ ਪਤਾ ਵੀ ਇੱਥੇ ਇਦਾਂ ਦੇ ਲੋਕ ਨੇ ਸਾਰੇ। ਆਪਾਂ ਜਦੋਂ ਵੀ ਗੁਰਦੁਆਰੇ ਆਉਂਦੇ ਆ, ਆਪਾਂ ਇਸ ਗੱਲ ਨੂੰ ਸਮਝਣ ਦਾ ਯਤਨ ਕਰੀਏ। ਗੁਰਬਾਣੀ ਬਾਰ-ਬਾਰ ਸਮਝਾਉਂਦੀ ਹੈ ਕਿ ਜੇ ਭਾਈ ਰੱਬ ਨੂੰ ਮਿਲਣਾ ਹੈ ਤਾਂ ਰੱਬ ਦੀ ਜਿਹੜੀ ਮਖਲੂਕ ਹੈ, ਜਿਹੜੀ ਉਹਦੀ ਖਲਕਤ ਹੈ, ਜਿਹੜੇ ਉਹਦੇ ਪੈਦਾ ਕੀਤੇ ਇਨਸਾਨ ਨੇ, ਉਹਨਾਂ ਦੀ ਸੇਵਾ, ਉਹਨਾਂ ਦੀ ਇੱਜ਼ਤ, ਉਹਨਾਂ ਦਾ ਪਿਆਰ, ਉਹਨਾਂ ਦਾ ਸਨਮਾਨ ਹੀ ਇੱਕ ਮਾਤਰ ਤਰੀਕਾ ਹੈ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।